दास गुण गान श्री अर्जन विघ्नन के नाशिक विघ्नन के नाशिक हर गोविंद शुभ सुमत प्रकाशिक श्री हर राय नामो कर जोरी नामो कर जोरी गुर हर कृष्ण मनाए तेग बहादुर परम कृपालारी परम कृपाला श्री गुरु गोबिंद सिंह बेसाला तरा पर पुन पुन सीचारी पुन पुन सीचा बंदों बार बार जगदीचा एकंकारा सतगुरु तेह प्रसाद सच होए वाहेगुरु जी की फतेह विघ्न विनाशन सोए वाहेगुरु जी की फतेह विघ्न विनाशन सोए अंतर्जामी श्री गुरु जाने तिसके परखन की विधि ठाने होते निसाइक हृदय पासा बोले वचन कवे सुख रसा अंतर्जामी श्री गुरु जाने तिसके परखन के विधि ठाने वाहेगुरु जी का खालसा वाहेगुरु जी की फतेह। जुगो जुग अटल चवर छतर तखत दे मालक भगत वशल दीना बंधु सर्व कायनात दे रचनहारे पातशाह शब्द आवाज शब्द गुरु दसां पातशाहियां दी हाजर नाजर जागती जोत धन श्री गुरु ग्रंथ साहिब पातशाह जी दे चरण कमलां पास संध्या दे सजे पावन दीवाना विच हाजरियां भर रही अति सत्कारयोग गुरु स्वरूप गुरु खालसा साध संगत धनता दे पात्रां जो सत संगत करन दा ये सुभाग समा सानू प्राप्त होया जिहड़े गुरु के सिख रोजाना संध्या दे समय पिछले पैर दे ये पावन दीवाना विच हाजरियां भर के लड़ीवार गुर इतिहास श्रवण करते आ रहे ने सो धनता दे पात्र हैं। कल दे दीवाना विच आप जी ने श्रवण किया जगत गुरु नानक पातशाह सतगुरु जी हुण ऐसा एक कोतक रच रहे ने कि परख्या जावे सिखां नूं ते कोई ऐसा सिख नित्र के सामने आवे जो साडे तो बाद गुरता गद्दी उत्ते सुभाएमान होण दे लायक होवे।
ਇਹ ਪਰਖਣ ਵਾਸਤੇ ਕਈ ਕੌਤਕ ਪਾਤਸ਼ਾਹ ਕਰਦੇ ਰਹੇ, ਪਰ ਕਵੀ ਜੀ ਲਿਖਦੇ ਨੇ ਕਿ ਇੱਕ ਵਾਰ ਅੱਧੀ ਰਾਤ ਦਾ ਸਮਾਂ ਹੋਇਆ। ਅੱਧੀ ਰਾਤ ਜਦ ਹੋਈ, ਸਾਹਿਬ ਜੀ ਭਾਈ ਬੁੱਢਾ ਜੀ ਨੂੰ ਕਹਿਣ ਲੱਗੇ, ਬਾਬਾ ਬੁੱਢਾ ਜੀ ਜਰਾ ਝਾਤੀ ਮਾਰੋ, ਵੇਖੋ ਕਿ ਕਿੰਨੀ ਕੁ ਰਾਤ ਰਹਿ ਗਈ ਹੈ। ਬਾਬਾ ਬੁੱਢਾ ਜੀ ਸਤ ਬਚਨ ਕਰਕੇ ਜਦ ਆਕਾਸ਼ ਵੱਲ ਵੇਖਦੇ ਨੇ, ਤੱਕਦੇ ਨੇ, ਤਾਰਿਆਂ ਦੇ ਹਿਸਾਬ ਨਾਲ ਆਪਣਾ ਅੰਦਾਜ਼ਾ ਲਾ ਕੇ ਪਾਤਸ਼ਾਹ ਨੂੰ ਦੱਸਦੇ ਨੇ ਕਿ ਸਤਿਗੁਰੂ ਜੀ ਹਾਲਾ ਅੱਧੀ ਰਾਤ ਹੋਈ ਹੈ, ਅੱਧੀ ਕੁ ਰਾਤ ਹਲੇ ਬਾਕੀ ਹੈ। ਥੋੜ੍ਹੇ ਸਮੇਂ ਬਾਅਦ ਪਾਤਸ਼ਾਹ ਨੇ ਫਿਰ ਉਹੀ ਪ੍ਰਸ਼ਨ ਕਰ ਦਿੱਤਾ, ਵੇਖੋ ਕਿ ਰਾਤ ਕਿੰਨੀ ਕੁ ਰਹਿ ਗਈ, ਕਿੰਨੀ ਕੁ ਹੋ ਗਈ। 3 ਵਾਰ ਬਾਬਾ ਬੁੱਢਾ ਜੀ ਨੂੰ ਇਹੋ ਪ੍ਰਸ਼ਨ ਸਤਿਗੁਰ ਕਰਦੇ ਰਹੇ ਤੇ ਉੱਤਰ ਦੇ ਵਿੱਚ ਬਾਬਾ ਬੁੱਢਾ ਜੀ ਇਹੋ ਆਖਦੇ ਰਹੇ ਕਿ ਸਤਿਗੁਰ ਜੀ ਹਲੇ ਅੱਧੀ ਰਾਤ ਹੋਈ ਹੈ, ਅੱਧੀ ਹਲੇ ਪਈ ਹੈ, ਜੇ ਸਮਾਂ ਪਿਆ ਹੈ। ਪਰ ਜਦ ਭਾਈ ਲਹਿਣਾ ਜੀ ਨੂੰ ਸਤਿਗੁਰੂ ਜੀ ਨੇ ਆਖਿਆ, ਇੱਕ ਵਾਰ ਤੇ ਭਾਈ ਲਹਿਣਾ ਜੀ ਜਿਨ੍ਹਾਂ ਨੇ ਅੱਗੇ ਜਾ ਕੇ ਗੁਰੂ ਅੰਗਦ ਪਾਤਸ਼ਾਹ ਸਤਿਗੁਰੂ ਬਣਨਾ, ਉਹਨਾਂ ਨੇ ਵੀ ਇਹੋ ਉੱਤਰ ਦਿੱਤਾ ਕਿ ਸਤਿਗੁਰੂ ਜੀ ਹਲੇ ਅੱਧੀ ਰਾਤ ਹੋਈ ਹੈ। ਜਦ ਉਹਨਾਂ ਨੂੰ ਦੁਬਾਰਾ ਪੁੱਛਿਆ ਤੇ ਉਹਨਾਂ ਨੇ ਫਿਰ ਸਮਝ ਲਿਆ, ਕਿਉਂਕਿ ਸਿੱਖ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ, ਪਰ ਗੁਰੂ ਦੇ ਉੱਤੇ ਜੇ ਅਟੁੱਟ ਸ਼ਰਧਾ ਹੋਵੇ ਤਾਂ ਗੁੱਝੇ ਭੇਦ ਗੁਰੂ ਦੇ ਸਿੱਖ ਸਮਝ ਸਕਦਾ ਹੈ। ਨਹੀਂ ਤੇ ਸਿੱਖ ਕਹਿਣ ਕਹਾਣ ਦੀ ਗੱਲ ਹੋਰ ਹੈ ਤੇ ਸਿੱਖ ਬਣਨ ਦੀ ਪ੍ਰੈਕਟੀਕਲ ਤੌਰ ਤੇ ਗੱਲ ਹੋਰ ਹੈ। ਭਾਈ ਲਹਿਣਾ ਜੀ ਸਮਝ ਗਏ ਕਿ ਸਤਿਗੁਰੂ ਜੀ ਕੀ ਕਹਿਣਾ ਚਾਹੁੰਦੇ ਨੇ, ਕੀ ਰਜਾ ਹੋਵੇਗੀ। 3 ਵਾਰ ਬਾਬਾ ਬੁੱਢਾ ਜੀ ਨੂੰ ਆਖਿਆ, ਚੌਥੀ ਵਾਰ ਮੈਨੂੰ ਆਖਿਆ, ਮੈਂ ਵੀ ਉਹੀ ਉੱਤਰ ਦਿੱਤਾ ਕਿ ਅੱਧੀ ਰਾਤ ਹਲਾ ਬਾਕੀ ਹੈ। ਪਰ 5ਵੀਂ ਵਾਰ ਸਤਿਗੁਰੂ ਜੀ ਨੇ ਫੇਰ ਆਖਿਆ ਕਿ ਲਹਿਣਾ ਦੇਖੋ ਕਿੰਨੀ ਕੁ ਰਾਤ ਰਹਿ ਗਈ। ਭਾਈ ਲਹਿਣਾ ਜੀ ਸਮਝ ਗਏ ਕਿ ਇਹ ਪ੍ਰਸ਼ਨ ਜੋ ਬਾਰ-ਬਾਰ ਹੋ ਰਿਹਾ ਹੈ, ਇਹਦੇ ਵਿੱਚ ਕੋਈ ਰਮਜ਼ ਹੈ, ਕੋਈ ਭੇਦ ਹੈ। ਕੀ ਕੀਤਾ ਕਿ ਦੁਬਾਰਾ ਬਾਹਰ ਆਏ, ਝਾਤੀ ਮਾਰੀ ਆਕਾਸ਼ ਵੱਲ, ਤਾਰਿਆਂ ਨੂੰ ਵੇਖਿਆ। ਸਤਿਗੁਰੂ ਜੀ ਕੋਲ ਆਣ ਕੇ ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ ਜੀ ਜਿੰਨੀ ਕੀ ਰਾਤ ਤੁਸੀਂ ਬਤੀਤ ਕਰ ਦਿੱਤੀ ਓਨੀ ਕੁ ਬਤੀਤ ਹੋ ਗਈ, ਜਿੰਨੀ ਕੀ ਰਾਤ ਤੁਹਾਡੇ ਹੁਕਮ ਵਿੱਚ ਹਲੇ ਰਹਿੰਦੀ ਹੈ ਉਹ ਤੁਸੀਂ ਆਪ ਹੀ ਜਾਣਦੇ ਹੋ। ਇਹ ਉੱਤਰ ਦਿੱਤਾ ਭਾਈ ਲਹਿਣਾ ਜੀ ਨੇ। ਸਤਿਗੁਰ ਬੜੇ ਪ੍ਰਸੰਨ ਹੋਏ। ਸਤਿਗੁਰੂ ਜੀ ਨੇ ਜਾਣ ਲਿਆ ਕਿ ਇਹ ਪੂਰਨ ਤੌਰ ਤੇ ਹੁਣ ਨਿੱਤਰ ਆਏ ਨੇ, ਇਹ ਹੁਣ ਗੁਰਤਾ ਗੱਦੀ ਦੇ ਲਾਇਕ ਨੇ, ਇਹ ਗੁੱਝੇ ਭੇਦ ਸਮਝਣ ਲੱਗ ਪਏ। ਸਤਿਗੁਰੂ ਜੀ ਨੇ ਜਿਸ ਪ੍ਰਕਾਰ ਭਾਈ ਲਹਿਣਾ ਜੀ ਨੂੰ ਅੱਗੇ ਚੱਲ ਕੇ ਗੁਰਤਾ ਗੱਦੀ ਦਾ ਵਾਰਸ ਥਾਪਿਆ, ਆਪਣੀ ਜੋਤ ਉਹਨਾਂ ਦੇ ਸਰੀਰ ਵਿੱਚ ਟਿਕਾ ਦਿੱਤੀ। ਜੋਤ ਉਹ ਜੁਗਤ ਸਾਹਿ ਸਹਿ ਕਾਇਆ ਫਿਰ ਪਲਟੀ ਹੈ। ਸਿਰਫ ਕਾਇਆ ਬਦਲੀ ਹੈ, ਜੋਤ ਉਹੀ ਹੈ, ਨਾਨਕ ਨਿਰੰਕਾਰੀ ਦੀ। ਤੇ ਜਦੋਂ ਗੁਰੂ ਬਣਾ ਦਿੱਤੇ, ਸਿੱਖਾਂ ਨੂੰ ਆਖਿਆ ਕਿ ਹੁਣ ਇਹਨਾਂ ਨੂੰ ਨਕਮਸਤਕ ਹੋਵੋ, ਮੱਥਾ ਟੇਕੋ। ਸਭ ਸਿੱਖਾਂ ਨੇ ਮੱਥਾ ਵੀ ਟੇਕਿਆ, ਪਰ ਸਤਿਗੁਰਾਂ ਦੇ ਜਿਹੜੇ ਪੁੱਤਰ ਨੇ ਸ੍ਰੀ ਚੰਦ ਜੀ, ਲਖਮੀ ਚੰਦ ਜੀ, ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਇਹਨਾਂ ਨੂੰ ਮੱਥਾ ਨਹੀਂ ਟੇਕਾਂਗੇ। ਅਸੀਂ ਤੁਹਾਡੇ ਪੁੱਤਰ ਹਾਂ ਤੇ ਸਾਡਾ ਉਹਦਾ ਵੀ ਉੱਚਾ ਬਣਦਾ ਹੈ, ਸਾਡਾ ਬਣਦਾ ਹੱਕ ਤੁਸੀਂ ਸਾਨੂੰ ਨਹੀਂ ਦਿੱਤਾ, ਕਿਉਂਕਿ ਗੁਰਤਾ ਗੱਦੀ ਦੇ ਵਾਰਸ ਅਸੀਂ ਬਣਦੇ ਸੀ, ਤੁਹਾਡੇ ਪੁੱਤਰ ਹਾਂ।
ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਇਹਨਾਂ ਨੂੰ ਨਮਸਕਾਰ ਨਹੀਂ ਕਰਾਂਗੇ, ਤੇ ਇਹ ਗੱਲ ਕਹਿ ਕੇ ਘਰ ਨੂੰ ਚਲੇ ਗਏ। ਸੋ ਆਓ ਉਹ ਪਾਵਨ ਕਥਾ ਇਤਿਹਾਸ ਅੱਜ ਦੇ ਸੰਧਿਆ ਦੇ ਸਮੇਂ ਆ ਰਿਹਾ ਹੈ। ਗੁਰਚਰਨਾਂ ਵਿਖੇ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ, ਰਸਨਾ ਤੋਂ ਉਚਾਰਨ ਕਰੀਏ ਆਤਮਾ ਦੇ ਭਲੇ ਲਈ ਔਰ ਮਨ ਦੀ ਇਕਾਗਰਤਾ ਦੇ ਲਈ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਅੰਤਰਜਾਮੀ ਸ੍ਰੀ ਗੁਰੂ ਜਾਨੀ। ਹੇ ਪਾਤਸ਼ਾਹ, ਤੁਸੀਂ ਅੰਤਰਜਾਮੀ ਹੋ। ਸਾਡੇ ਅੰਦਰ ਹਿਰਦਿਆਂ 'ਚ ਕੀ ਚੱਲ ਰਿਹਾ ਹੈ, ਸਾਡੇ ਮਨ ਦੇ ਅੰਦਰ ਕੀ ਸੰਕਲਪ ਵਿਕਲਪ ਚੱਲ ਰਹੇ ਨੇ, ਉਹ ਤੁਸੀਂ ਸਭ ਜਾਣਦੇ ਹੋ। ਤੁਸੀਂ ਮਹਾਰਾਜ ਗਤਦਾਨੀ ਹੋ, ਤੁਸੀਂ ਗਤੀ ਮੁਕਤੀ ਕਰਨ ਹਾਰੇ ਹੋ, ਸਭ ਕੁਝ ਜਾਣਨ ਹਾਰੇ ਹੋ। ਹੇ ਪਾਤਸ਼ਾਹ ਗੁਰੂ ਨਾਨਕ ਜੀ, ਤਿਸ ਕੇ ਪਰਖਣੇ ਕੀ ਵਿਧ ਠਾਨੇ। ਐਸੇ ਸਤਿਗੁਰ ਪਾਤਸ਼ਾਹ ਜੀ ਨੇ ਹੁਣ ਸਿੱਖਾਂ ਨੂੰ ਪਰਖਣ ਦੀ ਇੱਕ ਵਿਧੀ ਬਣਾਈ। ਸਤਿਗੁਰ ਜੀ ਨੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਹੁਣ ਪਰਖਿਆ ਜਾਵੇ, ਤੇ ਪਰਖ ਦੇ ਆਧਾਰ ਤੇ ਵੇਖਿਆ ਜਾਵੇ ਕਿ ਨਿੱਤਰ ਕੇ ਕੌਣ ਆਉਂਦਾ ਹੈ, ਕੌਣ ਅੱਗੇ ਸਾਡੀ ਜੋਤ ਨੂੰ ਸੰਭਾਲ ਸਕਦਾ ਹੈ, ਗੁਰਤਾ ਗੱਦੀ ਦੇ ਲਾਇਕ ਹੈ। ਉਹ ਸਿੱਖ ਦੀ ਹੁਣ ਕਹਿੰਦੇ ਚੋਣ ਕੀਤੀ ਜਾਵੇ। ਇਹ ਸਤਿਗੁਰ ਗੁਰੂ ਨਾਨਕ ਜੀ ਮਨ ਵਿੱਚ ਵਿਚਾਰਦੇ ਹਨ। ਉਤੇ ਨਿਸਾਇਕ ਦਵੇ ਪਾਸਾ। ਰਾਤ ਹੋਈ, ਕੋਈ ਅੱਧੀ ਕੀ ਰਾਤ ਦਾ ਜਦ ਸਮਾਂ ਬਤੀਤ ਹੋਇਆ। ਬੋਲੇ ਬਚਨ ਤਵੇ ਸੁਖ ਰਸਾ। ਸੁਖਾਂ ਦੇ ਘਰ ਸਾਹਿਬ ਗੁਰੂ ਨਾਨਕ ਜੀ ਉਸ ਸਮੇਂ ਸਹਿਜ ਸੁਭਾਏ ਬੋਲੇ। ਬੂੜੇ ਵਹਿਰੇ ਨਿਕਸ ਕਹਿ ਦੇ। ਬਾਬਾ ਬੁੱਢਾ ਜੀ, ਭਾਈ ਬੂੜਾ ਜੀ, ਜਿਨ੍ਹਾਂ ਦਾ ਪਹਿਲਾ ਨਾਮ ਹੈ ਭਾਈ ਬੂੜਾ, ਪ੍ਰਸਿੱਧ ਨਾਮ ਹੈ ਬਾਬਾ ਬੁੱਢਾ ਜੀ, ਪਹਿਲੇ ਗੁਰੂ ਘਰ ਦੇ ਗ੍ਰੰਥੀ ਵਜ਼ੀਰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ। ਹੇ ਬਾਬਾ ਬੁੱਢਾ ਜੀ, ਜਾਓ ਬਾਹਰ ਜਾਓ ਤੇ ਵੇਖੋ ਕਿ ਕਿੰਨੀ ਕੁ ਰਾਤ ਬਤੀਤ ਹੋਈ ਹੈ। ਕਿਤ ਕੇ ਜਾਮਨੀ ਹੈ ਅਭਿਸ਼ੇਕ। ਭਲਾ ਵੇਖੋ ਤੇ ਸਹੀ ਕਿ ਕਿੰਨੀ ਕੀ ਰਾਤ ਬਤੀਤ ਹੋਈ ਹੈ ਤੇ ਕਿੰਨੀ ਕੁ ਰਾਤ ਹਲੇ ਬਾਕੀ ਹੈ। ਜੀਤੀ ਰਹੀ ਬਤਾਓ ਸੋ। ਤੇ ਬਾਬਾ ਬੁੱਢਾ ਜੀ ਸਾਨੂੰ ਆਣ ਕੇ ਦੱਸੋ ਕਿ ਕਿੰਨਾ ਕੁ ਸਮਾਂ ਹਲੇ ਰਾਤ ਦਾ ਰਹਿੰਦਾ ਹੈ। ਜਾਓ ਬਾਹਰ ਜਾਓ ਤੇ ਵੇਖੋ ਤੇ ਆਣ ਕੇ ਸਾਨੂੰ ਦੱਸੋ। ਕਾਲ ਇਸ਼ਨਾਨ ਪਇਓ ਕੇ ਰਹੋ। ਵੇਖੋ ਕਿ ਇਸ਼ਨਾਨ ਪਾਣ ਕਰਨ ਦਾ ਸਮਾਂ ਹੋ ਗਿਆ। ਅੰਮ੍ਰਿਤ ਵੇਲੇ ਦਾ ਪਹਿਲਾ ਪਹਿਰ ਆਰੰਭ ਹੋਇਆ ਕਿ ਨਹੀਂ ਹੋਇਆ? ਸੁੱਚ ਇਸ਼ਨਾਨ ਕਰਨ ਦਾ ਸਮਾਂ ਹੋਇਆ ਕਿ ਨਹੀਂ ਹੋਇਆ? ਬਾਬਾ ਬੁੱਢਾ ਜੀ, ਇਹ ਸਾਨੂੰ ਆਣ ਕੇ ਦੱਸੋ। ਨਿਕਸਿਓ ਬੂੜਾ ਦੇਖ ਬਤਾਈ। ਬਾਬਾ ਬੁੱਢਾ ਜੀ ਨੇ 7 ਬਚਨ ਕਿਹਾ ਤੇ ਬਾਹਰ ਆਏ, ਆਕਾਸ਼ ਵੱਲ ਝਾਤੀ ਮਾਰੀ ਤੇ ਉਸ ਸਮੇਂ ਸਭ ਹਿਸਾਬ ਕਿਤਾਬ ਲਾ ਕੇ ਸਤਿਗੁਰ ਜੀ ਨੂੰ ਦੱਸਣ ਲੱਗੇ। ਦਿਨ ਸਾਹਿਬ ਹੈ ਗਤਦਾਈ। ਇਹ ਮੁਕਤੀ ਦਾਤੇ ਪਾਤਸ਼ਾਹ ਸਤਿਗੁਰੂ ਨਾਨਕ ਜੀ, ਹਲੇ ਅੱਧੀ ਰਾਤ ਦਾ ਸਮਾਂ ਬਾਕੀ ਰਹਿੰਦਾ ਹੈ। ਗੁਰੂ ਕਹਿਓ ਇਤੀ ਅਬਨਾਹੀ। ਪਾਤਸ਼ਾਹ ਕਹਿਣ ਲੱਗੇ, ਨਹੀਂ ਨਹੀਂ ਬਾਬਾ ਬੁੱਢਾ ਜੀ, ਧਿਆਨ ਨਾਲ ਵੇਖੋ, ਦੁਬਾਰਾ ਜਾਓ ਝਾਤੀ ਮਾਰੋ ਤੇ ਦੇਖੋ, ਸਹੀ ਅੰਦਾਜ਼ਾ ਲਾ ਕੇ ਸਾਨੂੰ ਦੁਬਾਰਾ ਦੱਸੋ ਕਿ ਕਿੰਨਾ ਕੁ ਸਮਾਂ ਰਹਿੰਦਾ ਹੈ। ਗੁਰ ਕਹਿਓ ਏਤੀ ਅਬਨਾਹੀ। ਇਹ ਗੱਲ ਤੇ ਹੋ ਨਹੀਂ ਸਕਦੀ। ਜਾਓ ਦੁਬਾਰਾ ਧਿਆਨ ਨਾਲ ਵੇਖੋ। ਇਕੈ ਜਾਮ ਨਹੀਂ ਆਈ। ਕਹਿੰਦੇ ਨਹੀਂ, ਇੱਕ ਰਾਤ ਇੱਕ ਪਹਿਰ ਰਾਤ ਦਾ ਰਹਿੰਦਾ ਤੇ ਤੁਸੀਂ ਆਖ ਰਹੇ ਹੋ ਕਿ ਹਲੇ ਅੱਧੀ ਰਾਤ ਹੋਈ ਹੈ। ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਦੁਬਾਰਾ ਹੁਕਮ ਕੀਤਾ।
ਭਰੀ ਪ੍ਰਕਾਰੇ ਵਿਰੋਕ ਬੋਰੀ। ਸਤ ਬਚਨ ਕਹਿ ਕੇ ਸਿੱਖ ਦਾ ਇਹ ਫਰਜ਼ ਹੁੰਦਾ ਹੈ ਕਿ ਗੁਰੂ ਦਾ ਕਿਹਾ ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਗੁਰੂ ਕਹਿ ਰਿਹਾ ਉਹਨੂੰ ਭਲਾ ਕਰਕੇ ਜਾਣ ਲਵੇ, ਇਹ ਸਿੱਖ ਦਾ ਫਰਜ਼ ਹੈ। ਸੋ ਸਤਿਗੁਰੂ ਜੀ ਦੇ ਹੁਕਮ ਨੂੰ ਮੰਨ ਕੇ ਬਾਬਾ ਬੁੱਢਾ ਜੀ ਦੁਬਾਰਾ ਬਾਹਰ ਆਏ ਮਕਾਨ ਤੋਂ। ਆਕਾਸ਼ ਵੱਲ ਝਾਤੀ ਮਾਰਦੇ ਨੇ, ਤਾਰਿਆਂ ਵੱਲ ਵੇਖਦੇ ਨੇ, ਹਿਸਾਬ ਕਿਤਾਬ ਲਾਉਂਦੇ ਨੇ ਕਿ ਸਮਾਂ ਤੇ ਹਲੇ ਅੱਧੀ ਰਾਤ ਦਾ ਹੀ ਹੈ, ਅੱਧੀ ਕੁ ਰਾਤ ਹਲੇ ਬਾਕੀ ਰਹਿੰਦੀ ਹੈ। ਪਰ ਪਾਤਸ਼ਾਹ ਪਤਾ ਨਹੀਂ ਕਿਸ ਹਿਸਾਬ ਨਾਲ ਕਹਿ ਰਹੇ ਨੇ ਕਿ ਇੱਕ ਪਹਿਰ ਹੀ ਰਹਿ ਗਿਆ ਰਾਤ ਦਾ, ਅੰਮ੍ਰਿਤ ਵੇਲਾ ਹੋਣ ਵਾਲਾ ਹੈ। ਪਰ ਹੁਣ ਸਿੱਖ ਦਾ ਤੇ ਫਰਜ਼ ਹੀ ਹੈ ਕਿ ਗੁਰੂ ਦਾ ਹੁਕਮ ਮੰਨਣਾ। ਫਿਰ ਬਾਬਾ ਬੁੱਢਾ ਜੀ ਚੰਗੀ ਤਰ੍ਹਾਂ ਹਿਸਾਬ ਕਿਤਾਬ ਲਾ ਕੇ ਸਤਿਗੁਰੂ ਜੀ ਦੇ ਕੋਲ ਆ ਕੇ ਉਹੀ ਉੱਤਰ ਦੁਬਾਰਾ ਕਹਿ ਦਿੱਤਾ ਕਿ ਪਾਤਸ਼ਾਹ ਹਲੇ ਅੱਧੀ ਰਾਤ ਦਾ ਹੀ ਸਮਾਂ ਹੋਇਆ ਹੈ। ਜੋ ਬਤਾਈ ਖੋਈ ਮਤ ਪੂਰੀ। ਉਹੀ ਆ ਕੇ ਫਿਰ ਬਾਬਾ ਬੁੱਢਾ ਜੀ ਨੇ ਉੱਤਰ ਦੇ ਦਿੱਤਾ। ਤਬ ਬੂੜੇ ਪਿਖਰੀ ਕੀ ਪੰਕਤੀ। ਉਸ ਸਮੇਂ ਚੰਗੀ ਤਰ੍ਹਾਂ ਦੁਬਾਰਾ ਜਦੋਂ ਹੁਕਮ ਹੋਇਆ ਬਾਬਾ ਬੁੱਢਾ ਜੀ ਨੂੰ, ਕਹਿੰਦੇ ਕੀ ਪਤਾ ਹੋ ਸਕਦਾ ਹੈ ਕਿ ਹਿਸਾਬ ਕਿਤਾਬ 'ਚ ਕੋਈ ਫਰਕ ਰਹਿ ਗਿਆ ਹੋਵੇ, ਹੁਣ ਚੰਗੀ ਤਰ੍ਹਾਂ ਵੇਖ ਲੈਂਦੇ ਹਾਂ। ਚੰਗੀ ਤਰ੍ਹਾਂ ਹਿਸਾਬ ਕਿਤਾਬ ਬਾਬਾ ਬੁੱਢਾ ਜੀ ਨੇ ਲਾ ਲਿਆ। ਕਹਿੰਦੇ ਨਹੀਂ, ਸਮਾਂ ਤੇ ਅੱਧੀ ਰਾਤ ਦਾ ਹੀ ਹੈ। ਹਿਸਾਬ ਕਿਤਾਬ ਲਾ ਕੇ ਸਤਿਗੁਰੂ ਜੀ ਕੋਲ ਆ ਕੇ ਉਹੀ ਬੇਨਤੀ ਦੁਬਾਰਾ ਕੀਤੀ। ਕਹਿਓ ਪ੍ਰਭੂ ਜੀ ਆਤੀ ਰਾਤੀ। ਇਹ ਪਾਤਸ਼ਾਹ ਸਮਾਂ ਹਲੇ ਅੱਧੀ ਰਾਤ ਦਾ ਹੀ ਬਤੀਤ ਹੋਇਆ, ਅੱਧੀ ਰਾਤ ਹਜੇ ਸਮਾਂ ਰਹਿੰਦਾ ਹੈ। ਜਾਮ ਨਹੀਂ ਮੈਂ ਦੇਖੀ ਕੇ। ਪਾਤਸ਼ਾਹ ਮੈਂ ਚੰਗੀ ਤਰ੍ਹਾਂ ਵੇਖਿਆ, ਗਹਿਰੀ ਰਾਤ ਹੈ, ਅੱਧੀ ਰਾਤ ਹਲੇ ਸਮਾਂ ਬਤੀਤ ਹੋਇਆ। ਤੁਸੀਂ ਕਹਿ ਰਹੇ ਹੋ ਕਿ ਇੱਕ ਪਹਿਰ ਹੀ ਰਹਿੰਦਾ। ਨਹੀਂ ਪਾਤਸ਼ਾਹ, ਮੈਂ ਚੰਗੀ ਤਰ੍ਹਾਂ ਵੇਖ ਕੇ ਆਇਆ, ਹਲੇ ਅੱਧੀ ਰਾਤ ਦਾ ਸਮਾਂ ਹੋਇਆ ਹੈ। ਸੁਣ ਬੋਲੇ ਪ੍ਰੇ ਸਿੱਖਣ ਜੀ ਕੇ। ਸਤਿਗੁਰੂ ਜੀ ਸੁਣ ਕੇ ਬੜੇ ਪ੍ਰੇਮ ਦੇ ਨਾਲ ਬਾਬਾ ਬੁੱਢਾ ਜੀ ਦੇ ਬਚਨਾਂ ਨੂੰ ਸੁਣ ਕੇ ਬੋਲੇ। ਇਕੈ ਜਾਮ ਜਾਮਨੀ ਹੋਈ। ਕਹਿੰਦੇ ਨਹੀਂ, ਇੱਕ ਪਹਿਰ ਰਾਤਰੀ ਦਾ ਕਹਿੰਦੇ ਸਮਾਂ ਹੋਇਆ ਬਾਬਾ ਬੁੱਢਾ ਜੀ। ਤੈ ਨਹਿ ਵਿਖੀ ਭਰੀ ਵਿਦ ਸੋਈ। ਪਰ ਤੁਸੀਂ ਚੰਗੀ ਤਰ੍ਹਾਂ ਨਹੀਂ ਵੇਖਿਆ, ਪਰਖਿਆ ਨਹੀਂ, ਤੁਹਾਡਾ ਹਿਸਾਬ ਕਿਤਾਬ ਚੰਗੀ ਤਰ੍ਹਾਂ ਨਹੀਂ ਲੱਗਿਆ ਹੋਣਾ, ਅੰਦਾਜ਼ਾ ਤੁਹਾਡਾ ਨਹੀਂ ਹੋਇਆ ਹੋਣਾ। ਕਹਿੰਦੇ ਸਮਾਂ ਤੇ ਹੁਣ ਥੋੜਾ ਹੀ ਰਹਿ ਗਿਆ, ਅੰਮ੍ਰਿਤ ਵੇਲਾ ਹੋਣ ਵਾਲਾ ਹੈ। ਬਹੁਰੋ ਬੂੜੇ ਦੇਖੀ ਆਕਾਸ਼ਾ। ਬਾਬਾ ਬੁੱਢਾ ਜੀ ਨੇ ਦੁਬਾਰਾ ਆਕਾਸ਼ ਵੱਲ ਜਦੋਂ ਨਿਗਾਹ ਮਾਰੀ, ਆਕਾਸ਼ ਵੱਲ ਜਦ ਤੱਕਿਆ, ਅਰਧ ਰਾਤਰ ਹੈ ਅਬ ਹੈ ਸੁਖ ਰਸਾ। ਇਹ ਸੁੱਖਾਂ ਦੇ ਘਰ ਪਾਤਸ਼ਾਹ ਜੀ, ਤੁਸੀਂ ਕਹਿ ਰਹੇ ਹੋ ਕਿ ਪਹਿਰ ਹੀ ਸਮਾਂ ਰਹਿ ਗਿਆ, ਪਹਿਰ ਸਮਾਂ ਨਹੀਂ। ਉਹ ਆਕਾਸ਼ ਵੱਲ ਝਾਤੀ ਜੇ ਮਾਰੀਏ ਤਾਂ ਪਾਤਸ਼ਾਹ ਹਲੇ ਅੱਧੀ ਰਾਤ ਦਾ ਹੀ ਸਮਾਂ ਬਤੀਤ ਹੋਇਆ, ਹਲੇ ਅੱਧੀ ਰਾਤ ਹੋਈ ਹੈ। ਤੀਨ ਵਾਰੀ ਜੋ ਬਚਨ ਹਟਾਏ। 3 ਵਾਰ ਪਾਤਸ਼ਾਹ ਜੀ ਨੇ ਇਹੋ ਪ੍ਰਸ਼ਨ ਕੀਤਾ ਕਿ ਬਾਬਾ ਬੁੱਢਾ ਜੀ ਜਾਓ ਵੇਖੋ ਕਿ ਕਿੰਨਾ ਕੁ ਸਮਾਂ ਹੋਇਆ ਰਾਤਰੀ ਦਾ, ਰਾਤ ਕਿੰਨੀ ਕੁ ਬਤੀਤ ਹੋਈ ਹੈ। ਪਰ 3 ਵਾਰ ਬਾਬਾ ਬੁੱਢਾ ਜੀ ਨੇ ਉਹੀ ਉੱਤਰ ਦਿੱਤਾ ਕਿ ਪਾਤਸ਼ਾਹ ਹਲੇ ਅੱਧੀ ਰਾਤ ਹੀ ਬਤੀਤ ਹੋਈ ਹੈ, ਅੱਧੀ ਰਾਤ ਦਾ ਸਮਾਂ ਹੋਇਆ। 3 ਵਾਰ ਬਚਨ ਕੀਤਾ ਤੇ 3 ਵਾਰ ਉਸ ਰਮਜ ਨੂੰ ਬਾਬਾ ਬੁੱਢਾ ਜੀ ਸਮਝ ਨਹੀਂ ਸਕੇ, ਜਿਹੜੀ ਰਮਜ ਪਾਤਸ਼ਾਹ ਸਮਝਾਉਣਾ ਚਾਹੁੰਦੇ ਸਨ ਜਾਂ ਪਰਖਣਾ ਚਾਹੁੰਦੇ ਸਨ, ਉਹ ਪਰਖ ਤੇ ਬਾਬਾ ਬੁੱਢਾ ਜੀ ਵੀ ਪੂਰਨ ਨਹੀਂ ਉਤਰੇ। 3 ਵਾਰ ਸਤਿਗੁਰੂ ਜੀ ਦਾ ਜੋ ਇਹ ਪ੍ਰਸ਼ਨ ਸੀ, ਹੁਕਮ ਸੀ, ਉਹ ਬਾਬਾ ਬੁੱਢਾ ਜੀ ਨੇ ਸਮਝਿਆ ਨਹੀਂ, ਬਚਨ ਹਟਾ ਦਿੱਤੇ ਤੇ ਆਪਣੀ ਮਤ ਅਨੁਸਾਰ ਆ ਕੇ ਇਹੀ ਆਖਦੇ ਰਹੇ ਕਿ ਪਾਤਸ਼ਾਹ ਹਲੇ ਅੱਧੀ ਰਾਤ ਦਾ ਸਮਾਂ ਹੋਇਆ ਹੈ। ਸ੍ਰੀ ਗੁਰੂ ਕੋ ਆਸ਼ੈ ਨੇ ਪਾਏ। ਉਸ ਸਮੇਂ ਸਤਿਗੁਰੂ ਜੀ ਦਾ ਮਨੋਰਥ ਕੀ ਹੈ, ਇਹ ਬਾਬਾ ਬੁੱਢਾ ਜੀ ਨਹੀਂ ਜਾਣ ਸਕੇ।
3 ਵਾਰ ਪ੍ਰਸ਼ਨ ਕੀਤਾ, ਤਿੰਨੇ ਵਾਰ ਉੱਤਰ ਇੱਕੋ ਹੀ ਦਿੰਦੇ ਰਹੇ ਬਾਬਾ ਬੁੱਢਾ ਜੀ। ਪਰ ਇਹਨਾਂ ਪ੍ਰਸ਼ਨਾਂ ਦੇ ਪਿੱਛੇ ਮਨੋਰਥ ਕੀ ਸੀ ਤੇ ਉਹ ਆਸ਼ਾ ਕੀ ਹੈ, ਉਹ ਬਾਬਾ ਬੁੱਢਾ ਜੀ ਰਮਜ ਨਹੀਂ ਸਮਝ ਸਕੇ। ਤਿੰਨੇ ਵਾਰ ਪ੍ਰਸ਼ਨ ਕੀਤਾ ਪਾਤਸ਼ਾਹ ਨੇ ਤੇ ਤਿੰਨੇ ਵਾਰ ਉੱਤਰ ਅੱਧੀ ਰਾਤ ਦਾ ਬਾਬਾ ਬੁੱਢਾ ਜੀ ਦਿੰਦੇ ਰਹੇ, ਪਰ ਉਸ ਮਨੋਰਥ ਨੂੰ, ਉਸ ਰਮਜ ਨੂੰ, ਉਸ ਆਸ਼ਾ ਨੂੰ ਨਹੀਂ ਸਮਝ ਸਕੇ ਜੋ ਪਾਤਸ਼ਾਹ ਜੀ ਹੁਣ ਕੋ ਤੱਕ ਵਰਤਾ ਰਹੇ ਸਨ। ਲੈਣੇ ਤੋਂ ਬੋਲੇ ਗਤਦਾਈ। ਮੁਕਤੀ ਦਾਤਾ ਸਹਿਬ ਗੁਰੂ ਨਾਨਕ ਜੀ ਉਸ ਸਮੇਂ ਭਾਈ ਲਹਿਣਾ ਜੀ ਨੂੰ ਕਹਿਣ ਲੱਗੇ ਕਿ ਭਾਈ ਲਹਿਣਾ ਜੀ ਜਾਓ, ਤੁਸਾਂ ਜਾਓ ਤੇ ਜਾ ਕੇ ਵੇਖੋ ਕਿ ਇਹ ਜਿਹੜੀ ਰਾਤ ਹੈ ਕਿੰਨੀ ਕੁ ਬਾਕੀ ਰਹਿ ਗਈ ਹੈ, ਕਿੰਨੀ ਕੁ ਬਤੀਤ ਹੋਈ ਹੈ, ਤੇ ਸਾਨੂੰ ਆ ਕੇ ਦੱਸੋ। ਤੂੰ ਰੁਕੀ ਵਹਿਰੀਆ ਵਜਾਈ। ਜਾਓ ਤੁਸੀਂ ਵੇਖੋ, ਹਿਸਾਬ ਕਿਤਾਬ ਨਾਲ ਸਾਨੂੰ ਦੱਸੋ ਕਿ ਕਿੰਨਾ ਕੁ ਸਮਾਂ ਬਤੀਤ ਹੋਇਆ ਤੇ ਕਿੰਨਾ ਕੁ ਸਮਾਂ ਹਲੇ ਰਾਤਰੀ ਦਾ ਬਾਕੀ ਹੈ। ਜੀਤੀ ਨਿਸ ਹੈ ਦੇਵਤਾਈ। ਜਿੰਨੀ ਰਾਤ ਹੋਈ ਹੈ ਉਹ ਸਾਨੂੰ ਆਣ ਕੇ ਦੱਸੋ ਭਾਈ ਲਹਿਣਾ ਜੀ। ਨਿਕਸਿਓ ਤੂਰਨ ਦੇਰ ਨਰਾਈ। ਭਾਈ ਲਹਿਣਾ ਜੀ ਨੇ 7 ਬਚਨ ਕੀਤਾ, ਛੇਤੀ ਨਾਲ ਬਾਹਰ ਆਏ, ਆਕਾਸ਼ ਵੱਲ ਝਾਤੀ ਮਾਰੀ ਤੇ ਹਿਸਾਬ ਕਿਤਾਬ ਲਾਉਂਦਿਆਂ ਭਾਈ ਲਹਿਣਾ ਜੀ ਆਣ ਕੇ ਸਤਿਗੁਰੂ ਜੀ ਨੂੰ ਕਹਿਣ ਲੱਗੇ, ਉਡਗਣ ਕੋ ਬਲੋਕ ਕਹਿਵਾਨੀ। ਉਡਗਣ ਕਹਿੰਦੇ ਨੇ ਤਾਰਿਆਂ ਨੂੰ। ਤਾਰਿਆਂ ਵੱਲ ਜਦੋਂ ਨਿਗਾਹ ਕੀਤੀ, ਵੇਖਿਆ, ਝਾਤੀ ਮਾਰੀ, ਹਿਸਾਬ ਕਿਤਾਬ ਲਾਇਆ ਕਿ ਹਲੇ ਤਾਂ ਬਾਕੀ ਅੱਧੀ ਰਾਤ ਦਾ ਹੀ ਸਮਾਂ ਹੋਇਆ। 3 ਵਾਰ ਬਾਬਾ ਬੁੱਢਾ ਜੀ ਨੂੰ ਆਖਿਆ ਤੇ ਉਹ ਵੀ ਤੇ ਉੱਤਰ ਸਹੀ ਦੇ ਰਹੇ ਸਨ ਕਿ ਪਾਤਸ਼ਾਹ ਹਲੇ ਅੱਧੀ ਰਾਤ ਦਾ ਸਮਾਂ ਹੋਇਆ। ਪਰ ਹੁਣ ਪਤਾ ਨਹੀਂ ਸਤਿਗੁਰੂ ਜੀ ਦੀ ਰਮਜ ਕੀ ਹੋਵੇਗੀ। ਭਾਈ ਲਹਿਣਾ ਜੀ ਤਾਰਿਆਂ ਵੱਲ ਵੇਖ ਕੇ ਮਨ ਵਿੱਚ ਵਿਚਾਰ ਕਰਕੇ ਹਿਸਾਬ ਕਿਤਾਬ ਲਾ ਕੇ ਸਤਿਗੁਰੂ ਜੀ ਨੂੰ ਕਹਿਣ ਲੱਗੇ, ਦਿਨ ਸਾਹਿਬ ਸ੍ਰੀ ਗੁਣ ਗਾਨੀ। ਇਹ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਵੀ ਸਹੀ ਆਖ ਰਹੇ ਸਨ, ਹਲੇ ਅੱਧੀ ਰਾਤ ਦਾ ਹੀ ਸਮਾਂ ਹੋਇਆ ਹੈ, ਅੱਧੀ ਰਾਤ ਦਾ ਸਮਾਂ ਹਲੇ ਬਾਕੀ ਰਹਿੰਦਾ ਹੈ। ਗੁਰੂ ਬੋਲੇ ਦੇਖੋ ਤੁਮ ਨੀਕੇ। ਆਸ਼ਾ ਕਹਿਣ ਲੱਗੇ ਭਾਈ ਲਹਿਣਾ ਜੀ ਤੁਸੀਂ ਨਹੀਂ ਸਮਝ ਨਹੀਂ ਰਹੇ ਤੁਸੀਂ ਗੱਲ ਨੂੰ। ਬਾਬਾ ਬੁੱਢਾ ਜੀ ਨੇ ਵੀ ਉਹੀ ਕਹਿ ਦਿੱਤਾ ਤੇ ਤੁਸੀਂ ਵੀ ਉਹੀ ਕਹਿ ਰਹੇ ਹੋ, ਪਰ ਅਸੀਂ ਕਹਿ ਰਹੇ ਹਾਂ ਕਿ ਅਜੇ ਪਹਿਰ ਬਸ ਸਮਾਂ ਹੀ ਰਹਿ ਗਿਆ। ਇੱਕ ਪਹਿਰ 3 ਘੰਟਿਆਂ ਦਾ ਸਮਾਂ ਬਣਦਾ, 12 ਘੰਟਿਆਂ ਦਾ ਇੱਕ ਦਿਨ ਤੇ 12 ਘੰਟਿਆਂ ਦੀ ਕਰਾਤ ਹੁੰਦੀ ਹੈ। 4 ਪਹਿਰ ਦਿਨ ਦੇ ਤੇ 4 ਪਹਿਰ ਰਾਤਰੀ ਦੇ ਹੁੰਦੇ ਨੇ। 3-3 ਘੰਟਿਆਂ ਦਾ ਇੱਕ ਪਹਿਰ ਹੁੰਦਾ। ਸਤਿਗੁਰੂ ਕਹਿਣ ਲੱਗੇ ਲਹਿਣਾ ਜੀ ਦੁਬਾਰਾ ਜਾਓ, ਚੰਗੀ ਤਰ੍ਹਾਂ ਵੇਖ ਕੇ ਸਾਨੂੰ ਦੱਸੋ। ਜਾਵੇਂ ਜਾਵਨੀ ਹੈ ਅਬ ਠੀਕੇ। ਨਹੀਂ, ਹੁਣ ਤਾਂ ਸਿਰਫ ਰਾਤਰੀ ਦਾ ਇੱਕ ਪਹਿਰ ਹੀ ਬਾਕੀ ਰਹਿੰਦਾ ਹੈ। ਦੂਰਾ ਲੈਣਾ ਹਿਰਦੈ ਵਿਚਾਰਈ ਹੈ ਅੱਧੀ ਰਾਤ। ਭਾਈ ਲਹਿਣਾ ਜੀ ਨੇ ਸਤਿਗੁਰੂ ਜੀ ਦਾ ਹੁਕਮ ਸਿਰ ਮੱਥੇ ਮੰਨਿਆ ਤੇ ਬਾਹਰ ਆ ਗਏ। ਆਕਾਸ਼ ਵੱਲ ਨਿਗਾਹ ਕੀਤੀ ਤੇ ਮਨ 'ਚ ਵਿਚਾਰਦੇ ਨੇ ਕਿ ਹੈ ਤਾਂ ਅੱਧੀ ਰਾਤ ਹੈ। ਬਾਬਾ ਬੁੱਢਾ ਜੀ ਵੀ 3 ਵਾਰ ਵੇਖ ਆਏ ਨੇ, ਚੌਥੀ ਵਾਰ ਮੈਂ ਵੇਖਿਆ, ਹੁਣ 5ਵੀਂ ਵਾਰ ਪਾਤਸ਼ਾਹ ਨੇ ਹੁਕਮ ਕੀਤਾ ਹੈ। ਹੋ ਸਕਦਾ ਹੈ ਕਿ ਸਤਿਗੁਰੂ ਜੀ ਦੇ ਬਾਰ-ਬਾਰ ਕਹਿਣ ਦੇ ਪਿੱਛੇ ਕੋਈ ਨਾ ਕੋਈ ਮਨੋਰਥ ਹੋਵੇਗਾ। ਸਿੱਖ ਨੇ ਰਮਜ ਨੂੰ ਸਮਝ ਲਿਆ। ਇਸ਼ਾਰਾ ਕਾਫੀ ਹੁੰਦਾ ਸਮਝਦਾਰ ਨੂੰ। ਇਸ਼ਾਰੇ ਮਾਤਰ ਸਤਿਗੁਰੂ ਜੀ ਦੇ ਕਹੇ ਹੋਏ ਬੋਲ ਭਾਈ ਲਹਿਣਾ ਜੀ ਦੇ ਮਨ ਵਿੱਚ ਚੱਲ ਰਹੇ ਸਨ। ਉਹ ਵਿਚਾਰ ਕੇ ਸਮਾਂ ਤਾਂ ਅੱਧੀ ਰਾਤਰੀ ਦੇ ਹੀ ਹੈ, ਪਰ ਬਾਰ-ਬਾਰ ਸਤਿਗੁਰੂ ਕਹਿ ਰਹੇ ਨੇ ਕੋਈ ਰਮਜ ਹੋਵੇਗੀ। ਇਹ ਮਨ ਵਿੱਚ ਜਦੋਂ ਭਾਈ ਲਹਿਣਾ ਜੀ ਨੇ ਵਿਚਾਰਿਆ, ਤਦੇ ਗੁਰੂ ਸੁਹਾਵ ਜੋ ਸੋ ਨਹੀਂ ਜਾਣਿਓ ਜਾਤ। ਪਰ ਪਤਾ ਨਹੀਂ ਪਾਤਸ਼ਾਹ ਕਿਉਂ ਬਾਰ-ਬਾਰ ਕਹਿ ਰਹੇ ਨੇ ਕਿ ਵੇਖੋ ਕਿ ਕਿੰਨੀ ਕੁ ਰਾਤਰੀ ਹੋ ਗਈ।
ਸਤਿਗੁਰੂ ਜੀ ਦਾ ਕੀ ਮਨੋਰਥ ਹੈ, ਇਹ ਜਾਣਨਾ ਕਹਿੰਦੇ ਕੋਈ ਸੌਖੀ ਗੱਲ ਨਹੀਂ। ਇਹ ਮਨ ਦੇ ਵਿੱਚ ਭਾਈ ਲਹਿਣਾ ਜੀ ਵਿਚਾਰਦੇ ਹਨ। ਚੌਪਈ ਓ ਮਨ ਗੁਣ ਗਏ ਵੈਨ ਹਰਾਏ। ਸਾਰਾ ਹਿਸਾਬ ਕਿਤਾਬ ਜਿਹਾ ਲਾਇਆ, ਤਾਰਿਆਂ ਵੱਲ ਵੇਖਿਆ, ਆਕਾਸ਼ ਵੱਲ ਦੁਬਾਰਾ ਵੇਖਿਆ, ਤੇ ਮਨ ਦੇ ਵਿੱਚ ਸਤਿਗੁਰੂ ਜੀ ਦੀ ਰਮਝ ਬਾਰੇ ਵੀ ਵਿਚਾਰ ਕੀਤੀ। ਸਭ ਵਿਚਾਰਾਂ ਕਰਕੇ ਭਾਈ ਲਹਿਣਾ ਜੀ ਸਤਿਗੁਰੂ ਜੀ ਨੂੰ ਕਹਿਣ ਲੱਗੇ, ਪ੍ਰਭ ਮਮਨੇ ਉਤੇ ਅਰਜ਼ਾਏ। ਪਾਤਸ਼ਾਹ ਜੀ, ਅੱਧੀ ਰਾਤਰੀ ਦਾ ਥੋੜਾ ਜਿਹਾ ਸਮਾਂ ਸੀ ਤੇ ਰਾਤ ਹੋਣ ਕਰਕੇ ਮੇਰੇ ਨੇਤਰਾਂ ਦੇ ਵਿੱਚ ਨੀਂਦ ਹੋਣ ਕਾਰਨ ਜਿਹੜੇ ਮੇਰੇ ਨੇਤਰ ਨੇ ਉਹ ਅਲਸਾਏ ਹੋਏ ਨੇ, ਮੈਂ ਆਲਸੀ ਹੋਇਆ ਪਿਆ। ਭਾਈ ਲਹਿਣਾ ਜੀ ਕਹਿਣ ਲੱਗੇ, ਰਾਤਰੀ ਦਾ ਸਮਾਂ ਸੁਭਾਵਿਕ ਹੈ ਕਿ ਸਰੀਰ ਨੂੰ ਨੀਂਦ ਕਾਰਨ ਆਲਸ ਆ ਰਹੀ ਹੈ। ਤੁਸੀਂ ਸਹੀ ਕਹਿ ਰਹੇ ਹੋ ਤੇ ਹੋ ਸਕਦਾ ਅਸੀਂ ਗਲਤ ਹੋਈਏ, ਪਾਤਸ਼ਾਹ ਅਸੀਂ ਚੰਗੀ ਤਰ੍ਹਾਂ ਵੇਖਿਆ ਨਾ ਹੋਵੇ। ਇਉਂ ਨਿਮਰਤਾ ਦੇ ਵਿੱਚ ਭਾਈ ਲਹਿਣਾ ਜੀ ਨੇ ਬਚਨ ਕਹੇ, ਭੂਲ ਕਹਿਓ ਮੈਂ ਅੱਧੀ ਰਾਤੀ। ਕਹਿਣ ਲੱਗੇ ਕਿ ਮੈਂ ਭੁੱਲ ਕੇ ਤੁਹਾਨੂੰ ਅੱਧੀ ਰਾਤ ਕਹਿ ਬੈਠਾ ਪਾਤਸ਼ਾਹ, ਕਿਉਂਕਿ ਮੈਂ ਨੀਂਦ ਦਾ ਅਲਸਾਇਆ ਹੋਇਆ ਚੰਗੀ ਤਰ੍ਹਾਂ ਆਕਾਸ਼ ਵੱਲ ਵੇਖ ਨਹੀਂ ਸਕਿਆ, ਤੇ ਤੁਹਾਨੂੰ ਸੁਭਾਵਕ ਮੈਂ ਆ ਕੇ ਕਹਿ ਦਿੱਤਾ ਕਿ ਅੱਧੀ ਰਾਤ ਦਾ ਸਮਾਂ ਹੋਇਆ ਹੈ। ਜਾਮ ਏਕ ਹੀ ਅਬ ਸੁਧ ਜਾਤੀ। ਪਾਤਸ਼ਾਹ, ਜੋ ਤੁਸੀਂ ਕਹਿ ਰਹੇ ਹੋ ਨਾ, ਉਨੀ ਕੀ ਰਾਤ ਹੀ ਵਾਕੇ ਰਹਿ ਗਈ ਹੈ। ਇਉਂ ਭਾਈ ਲਹਿਣਾ ਜੀ ਕਹਿਣ ਲੱਗੇ, ਜਿਤਨੀ ਨਿਸਾ ਬਿਤਾਈ ਰਾਉਰ। ਇਹ ਪਾਤਸ਼ਾਹ, ਜਿੰਨੀ ਕੀ ਤੁਸੀਂ ਰਾਤ ਬਤੀਤ ਕਰ ਦਿੱਤੀ ਹੈ, ਤਿਤਨੀ ਵਿਤੀ ਨਾ ਮੈਂ ਲਖਬੌਰ। ਪਾਤਸ਼ਾਹ, ਉਨੀ ਇੱਕ ਰਾਤ ਬਤੀਤ ਹੋ ਗਈ ਹੈ ਜਿੰਨੀ ਤੁਸੀਂ ਬਤੀਤ ਕਰ ਦਿੱਤੀ, ਤੇ ਜਿੰਨੀ ਤੁਹਾਡੇ ਹੁਕਮ ਦੇ ਵਿੱਚ ਰਾਤ ਰਹਿੰਦੀ ਹੈ ਉਹ ਤੁਸੀਂ ਆਪ ਹੀ ਜਾਣਦੇ ਹੋ। ਅਬ ਜਿਤਨੀ ਰੱਖੀ ਸੋ ਰਹੀ। ਜਿੰਨੀ ਕੁ ਰਾਤ ਤੁਸੀਂ ਰਹਿਣ ਦਿੱਤੀ ਉਨੀ ਕੁ ਰਾਤ ਹਲੇ ਬਾਕੀ ਰਹਿੰਦੀ ਹੈ, ਤੇ ਜਿੰਨੀ ਤੁਹਾਡੇ ਹੁਕਮ 'ਚ ਬਤੀਤ ਹੋ ਗਈ ਉਹ ਤੁਸੀਂ ਸਭ ਜਾਣਦੇ ਹੋ। ਤੁਸੀਂ ਅੰਤਰਜਾਮੀ ਹੋ ਪਾਤਸ਼ਾਹ ਜੀ, ਸਭ ਜਾਣਨ ਹਾਰੇ ਹੋ। ਸਰਵ ਕਾਲ ਕੋ ਕਰਤਾ ਤੁਹੀ। ਪਾਤਸ਼ਾਹ, ਤੁਸੀਂ ਸਮੇਂ ਦੇ ਰਚਣਹਾਰੇ ਹੋ। ਤਿੰਨੇ ਸਮੇਂ ਤੁਹਾਡੇ ਵਿੱਚ ਵਿਆਪਕ ਨੇ। ਤੁਸੀਂ ਸਮਿਆਂ ਨੂੰ ਜਾਣਦੇ ਹੋ, ਆਉਣ ਵਾਲੇ ਨੂੰ, ਵਰਤਮਾਨ ਨੂੰ ਤੇ ਲੰਘ ਗਏ ਸਮੇਂ ਨੂੰ। ਤਿੰਨਾਂ ਸਮਿਆਂ ਦੇ ਉੱਤੇ ਤੁਹਾਡੀ ਨਿਗਾਹ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਸਮਾਂ ਤੁਹਾਡੇ ਤੋਂ ਖੁੰਝ ਗਿਆ ਹੋਵੇ? ਜਿੰਨੀ ਰਾਤ ਤੁਹਾਡੇ ਹੁਕਮ ਦੇ ਵਿੱਚ ਬਤੀਤ ਹੋਈ ਉਹ ਬਤੀਤ ਹੋ ਗਈ, ਤੇ ਜਿੰਨੀ ਕੁ ਤੁਸੀਂ ਰਹਿਣ ਦਿੱਤੀ ਉਨੀ ਕੁ ਰਹਿ ਗਈ। ਇਸ ਪ੍ਰਕਾਰ ਆਣ ਕੇ ਪੰਜਵੀਂ ਵਾਰ ਭਾਈ ਲਹਿਣਾ ਜੀ ਨੇ ਉੱਤਰ ਦਿੱਤਾ, ਭਈ ਅਵਗਿਆ ਸਿਮਾ ਕਰੀ ਜੈ। ਪਾਤਸ਼ਾਹ, ਮੇਰੇ ਤੋਂ ਅਵਗਿਆ ਹੋਈ। ਅਵਗਿਆ ਇਹ ਹੋ ਗਈ ਕਿ ਚੌਥੀ ਵਾਰ ਜਦੋਂ ਤੁਸੀਂ ਇਹ ਪੁੱਛਿਆ ਤੇ ਮੈਂ ਵੀ ਬਾਬਾ ਬੁੱਢਾ ਜੀ ਵਾਲਾ ਹੀ ਉੱਤਰ ਤੁਹਾਨੂੰ ਆ ਕੇ ਦੇ ਦਿੱਤਾ ਕਿ ਸਤਿਗੁਰੂ ਜੀ ਹਲੇ ਅੱਧੀ ਰਾਤ ਹੋਈ ਹੈ। ਇਹ ਮੇਰੇ ਤੋਂ ਅਵਗਿਆ ਹੋਈ, ਤੁਸੀਂ ਬਖਸ਼ਣ ਆ ਰਹੇ ਹੋ। ਮੇਰੀ ਇਸ ਅਵਗਿਆ ਨੂੰ ਪਾਤਸ਼ਾਹ ਜੀ ਬਖਸ਼ ਲਿਓ। ਔਗਣ ਹਾਰੇ ਸਦਾ ਬਖਸ਼ੀ ਜੈ। ਅਸੀਂ ਔਗਣ ਹਾਰੇ ਆ ਤੇ ਤੁਸੀਂ ਸਦਾ ਬਖਸ਼ਣ ਹਾਰੇ ਹੋ। ਤੁਹਾਡਾ ਬਿਰਧ ਹੈ, ਸਾਨੂੰ ਬਖਸ਼ਣਾ ਹੈ ਤੁਸੀਂ ਸਿੱਖਾਂ ਨੂੰ। ਤੇ ਪਾਤਸ਼ਾਹ, ਜਿਹੜੀ ਅਵਗਿਆ ਮੈਂ ਕਰ ਦਿੱਤੀ ਉਹ ਹੁਣ ਤੁਸੀਂ ਬਖਸ਼ ਲੈਣੀ। ਮੰਦੇ ਮਤੀ ਮੈਂ ਵਿਖਿਓ ਨ ਨੀਕੇ। ਘੱਟ ਬੁੱਧੀ ਹੋਣ ਕਾਰਨ ਪਾਤਸ਼ਾਹ, ਕਿਉਂਕਿ ਮੱਤ ਤੇ ਮੇਰੀ ਹੈ ਨਹੀਂ, ਇੰਨੀ ਸਮਰੱਥਾ ਨਹੀਂ, ਸੋਚ ਸ਼ਕਤੀ ਮੇਰੇ ਵਿੱਚ ਇੰਨੀ ਕੁ ਨਹੀਂ ਕਿ ਮੈਂ ਤੁਹਾਡੇ ਬਚਨ ਨੂੰ ਸਮਝ ਸਕਾਂ। ਪਾਤਸ਼ਾਹ, ਤੁਹਾਡੇ ਹੁਕਮ ਨੂੰ ਮੈਂ ਜਾਣ ਸਕਾਂ। ਹਾਂ, ਪਰ ਜੋ ਮੈਂ ਪਹਿਲਾਂ ਕਹਿ ਚੁੱਕਿਆ ਉਹ ਅਵਗਿਆ ਤੇ ਘੱਟ ਮਤ ਕਾਰਨ ਮੈਂ ਕਹਿ ਗਿਆ। ਆਪ ਕਿਰਪਾ ਕਰਕੇ ਪਾਤਸ਼ਾਹ ਜੀ ਬਖਸ਼ ਲਿਓ। ਬੋਲਿਓ ਗੁਰ ਤੁਮਾਰੇ ਜੀ ਕੇ। ਮੈਂ ਤੇ ਤੁਹਾਨੂੰ ਸੁਭਾਵਕ ਹੀ ਝੂਠ ਕਹਿ ਦਿੱਤਾ ਕਿ ਅੱਧੀ ਰਾਤ ਹੋਈ ਹੈ। ਇਸ ਪ੍ਰਕਾਰ ਭਾਈ ਲਹਿਣਾ ਜੀ ਕਹਿ ਰਹੇ ਹਨ,
ਸੁਣ ਕੇ ਪਰਮ ਪ੍ਰਸਿੱਧੇ ਦਿਆਲਾ। ਸਤਿਗੁਰੂ ਦਿਆਲੂ ਪਾਤਸ਼ਾਹ ਜੀ ਭਾਈ ਲਹਿਣਾ ਜੀ ਦੇ ਇਹ ਪ੍ਰੇਮ ਭਰੇ ਬਚਨ, ਅਤ ਨਿਮਰਤਾ ਦੇ ਬਚਨ, ਇੱਕ ਸਿੱਖੀ ਕਮਾਉਣ ਵਾਲੇ ਬਚਨ ਸੁਣ ਕੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ। ਲੈਖਿਓ ਸਰਵ ਤੇ ਦਾਸ ਵਿਸਾਲਾ। ਸਤਿਗੁਰੂ ਮਹਾਰਾਜ ਜੀ ਨੇ ਚੰਗੀ ਤਰ੍ਹਾਂ ਸਿੱਖ ਵੱਲ ਵੇਖਿਆ ਤੇ ਜਾਣ ਲਿਆ। ਤਾਉ ਕਸੌਟੀ ਉਤਰਿਓ ਪੂਰਾ। ਕਿ ਭਾਈ ਲਹਿਣਾ ਜੀ ਹੀ ਇਸ ਕਸੌਟੀ ਦੇ ਉੱਤੇ ਪੂਰਨ ਉਤਰੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੀ ਕਸੌਟੀ ਦੇ ਉੱਤੇ ਪਾਤਸ਼ਾਹ ਜੀ ਨੇ ਪਰਖਣਾ ਸੀ, ਉਹ ਕਸੌਟੀ ਤੇ ਸਾਰੇ ਸਿੱਖਾਂ ਦੇ ਵਿੱਚੋਂ ਸਿੱਖ ਭਾਈ ਲਹਿਣਾ ਜੀ ਉਹਦੇ ਉੱਤੇ ਪੂਰਨ ਉਤਰੇ। ਇਹ ਮਨ ਦੇ ਵਿੱਚ ਸਤਿਗੁਰ ਜੀ ਨੇ ਜਦੋਂ ਜਾਣਿਆ, ਬਾਰਹਿ ਬੰਨੀ ਪਇਓ ਸਰੂਰਾ। ਜਿਵੇਂ 12 ਬੰਨੀ ਦਾ ਸੋਨਾ ਹੁੰਦਾ ਹੈ, ਸੋਨਾ ਸ਼ੁੱਧ ਸੋਨਾ 12 ਬੰਨੀ, 12 ਵਾਰ ਜਿਹਨੂੰ ਅੱਗ ਦੇ ਵਿੱਚ ਧੋਖਿਆ ਹੋਵੇ, ਅੱਗ ਦੇ ਵਿੱਚ ਜਿਹਨੂੰ ਤਪਾਇਆ ਹੋਵੇ 12 ਵਾਰ, ਉਹਨੂੰ 12 ਬੰਨੀ ਦਾ ਸੋਨਾ ਆਖਦੇ ਨੇ। ਆਪ ਬਜ਼ੁਰਗ ਜਾਣਦੇ ਹੋ, ਬਜ਼ੁਰਗਾਂ ਨੂੰ ਬਹੁਤਾ ਪਤਾ ਹੋਵੇਗਾ। 12 ਬੰਨੀ ਦਾ ਆਖਿਆ ਜਾਂਦਾ ਫਿਰ ਸ਼ੁੱਧ ਸੋਨਾ, ਕਿ 12 ਬੰਨੀ ਦਾ। ਇਸੇ ਪ੍ਰਕਾਰ ਸਤਿਗੁਰੂ ਜੀ ਆਖਦੇ ਨੇ ਕਿ ਭਾਈ ਲਹਿਣਾ ਜੀ 12 ਬੰਨੀ ਦੀ ਤਰ੍ਹਾਂ ਸ਼ੁੱਧ ਹਨ। ਪਰਖਿਓ ਸੇਵਕ ਸਭ ਹੀ ਪੰਤੀ। ਹਰ ਇੱਕ ਪ੍ਰਕਾਰ ਨਾਲ ਆਪਣੇ ਸੇਵਕ ਨੂੰ ਸਤਿਗੁਰੂ ਜੀ ਨੇ ਕਸੌਟੀਆਂ ਦੇ ਉੱਤੇ ਪਰਖਿਆ ਤੇ ਹਰ ਇੱਕ ਪਰਖ ਵਿੱਚੋਂ ਭਾਈ ਲਹਿਣਾ ਜੀ ਕਾਮਯਾਬ ਹੁੰਦੇ ਰਹੇ, ਪਰਖ ਦੇ ਵਿੱਚ ਖਰੇ ਉਤਰਦੇ ਰਹੇ। ਕਾਂਤੀ ਰਹੀ ਨਾ ਜਾਣੀ ਜਾਤੀ। ਹੁਣ ਕਹਿੰਦੇ ਘੱਟ ਮਤੀ ਹੋਣ ਕਾਰਨ ਭਾਈ ਲਹਿਣਾ ਜੀ ਤੇ ਜਾਣ ਨਹੀਂ ਸਕੇ ਪਹਿਲਾਂ ਰਮਜ ਨੂੰ ਜਾਂ ਦੂਜੇ ਗੁਰੂ ਕੇ ਸਿੱਖ। ਪਰ ਜਦੋਂ ਗੋਹ ਨਾਲ ਵਿਚਾਰ ਕੀਤੀ ਭਾਈ ਲਹਿਣਾ ਜੀ ਨੇ, ਉਦੋਂ ਫਿਰ ਸਮਝਿਆ ਕਿ ਸਤਿਗੁਰੂ ਜੀ ਦਾ ਬਾਰ-ਬਾਰ ਕਹਿਣਾ ਇਹਦੇ ਵਿੱਚ ਕੋਈ ਰਮਜ ਹੋਵੇਗੀ। ਉਸ ਰਮਜ ਨੂੰ ਭਾਈ ਲਹਿਣਾ ਜੀ ਨੇ ਜਾਣ ਲਿਆ ਤੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ। ਉੱਚ ਤਿਖ ਜਾਣੇ ਪਾਵਨ ਰੇਖਾ। ਜਿਹੜੇ ਸਭ ਖਜ਼ਾਨੇ ਸਤਿਗੁਰ ਭਰਪੂਰ, ਐਸੇ ਸਤਿਗੁਰੂ ਮਹਾਰਾਜ ਜੀ ਨੇ ਉਸ ਸਮੇਂ ਭਾਈ ਲਹਿਣਾ ਜੀ ਵੱਲ ਤੱਕਿਆ, ਭਾਈ ਲਹਿਣਾ ਜੀ ਵੱਲ ਵੇਖਿਆ। ਕਰ ਕਿਰਪਾ ਪ੍ਰਸੀਦ ਵਿਸ਼ੇਖਾ। ਸਤਿਗੁਰੂ ਜੀ ਨੇ ਕਿਰਪਾ ਕੀਤੀ ਭਾਈ ਲਹਿਣਾ ਜੀ ਤੇ ਭਾਈ ਲਹਿਣਾ ਜੀ ਤੇ ਕਿਰਪਾ ਕਰਕੇ ਮਹਾਰਾਜ ਬੜੇ ਪ੍ਰਸੰਨ ਹੋਏ। ਤਖਤ ਦੇਨ ਕੀ ਮਨ ਵਿਦਿਆਨੀ। ਸਤਿਗੁਰੂ ਜੀ ਦੇ ਮਨ ਦੇ ਵਿੱਚ ਇਹ ਵਿਚਾਰ ਸੀ ਕਿ ਹੁਣ ਗੁਰਤਾ ਗੱਦੀ ਅਸੀਂ ਇਸੇ ਗੁਰੂ ਕੇ ਸਿੱਖ ਨੂੰ ਦੇਣੀ ਹੈ, ਭਾਈ ਲਹਿਣਾ ਜੀ ਜੋ ਸਾਡੀ ਪਰਖ ਦੇ ਉੱਤੇ ਪੂਰਨ ਉਤਰੇ ਨੇ। ਇਹ ਮਨ ਵਿੱਚ ਭਾਈ ਲਹਿਣਾ ਜੀ ਪ੍ਰਤੀ ਸਤਿਗੁਰੂ ਜੀ ਨੇ ਵਿਚਾਰ ਕੀਤਾ। ਪਲਟੋਂ ਵੇਖ ਪਰੇ ਔਰ ਠਾਨੀ। ਦੇਹ ਨੂੰ ਹੁਣ ਬਦਲਣ ਦਾ ਸਮਾਂ ਆ ਗਿਆ, ਕਾਇਆ ਬਦਲਣ ਦਾ ਹੁਣ ਸਮਾਂ। ਕਾਇਆ ਬਦਲ ਕੇ ਹਿਰਦੇ ਵਿੱਚ ਜਿਹੜੀ ਜੋਤ ਪ੍ਰਕਾਸ਼ ਰਹੀ ਹੈ, ਉਹ ਜੋਤ ਹੁਣ ਭਾਈ ਲਹਿਣਾ ਜੀ ਦੇ ਵਿੱਚ ਟਿਕਾ ਦੇਣੀ ਹੈ, ਸਥਿਤ ਕਰ ਦੇਣੀ ਹੈ। ਜੋਤ ਉਹ ਜੁਗਤ ਸਾਹੇ ਵਾਲੀ ਖੇਡ ਸਤਿਗੁਰੂ ਜੀ ਵਰਤਾਨ ਬਾਰੇ ਸੋਚਦੇ ਹਨ। ਸੁਖ ਸਾਗਰ ਪੂਰਨ ਅਬਿਨਾਚੀ। ਸਤਿਗੁਰ ਸੁਖਾਂ ਦੇ ਸਾਗਰ ਜੋ ਪੂਰਨ ਅਬਿਨਾਸ਼ੀ, ਜਾਣਨਹਾਰ ਸਤਿਗੁਰੂ ਜੀ, ਮੁਕਤੀ ਦਾਤੇ ਪਾਤਸ਼ਾਹ, ਐਸੇ ਜੋ ਦੀਨ ਦਿਆਲੂ ਹਨ। ਜੋ ਕਾਟਤੇ ਸੇਵਕ ਜਮ ਫਾਸੀ। ਜੋ ਆਪਣੇ ਸੇਵਕਾਂ ਦੀ ਜਮਾਂ ਦੀ ਫਾਂਸੀ ਕੱਟਣ ਹਾਰੇ ਪਾਤਸ਼ਾਹ ਨੇ, ਐਸੇ ਸਤਿਗੁਰੂ ਜੀ ਨੇ ਆਪਣੇ ਹਿਰਦੇ ਵਿੱਚ ਭਾਈ ਲਹਿਣਾ ਜੀ ਦੇ ਪ੍ਰਤੀ ਇਹ ਵਿਚਾਰ ਕੀਤੀ ਕਿ ਗੁਰਤਾ ਗੱਦੀ ਦੇ ਲਾਇਕ ਇੱਕੋ ਇੱਕ ਸਿੱਖ ਨੇ ਭਾਈ ਲਹਿਣਾ ਜੀ। ਸਈਆ ਰੂਪ ਨ ਰੇਖ ਨ ਰੰਗ ਨ ਰਾਗ ਨ ਰੋਗ ਨ ਸੋਗ ਅਕਾਲ ਸਦਾਏ। ਨਾ ਰੂਪ ਹੈ, ਨਾ ਕੋਈ ਰੇਖ ਹੈ, ਨਾ ਕੋਈ ਰੰਗ ਹੈ, ਨਾ ਰਾਗ ਕਹੀਏ ਪ੍ਰੇਮ ਨੂੰ, ਨਾ ਕੋਈ ਪ੍ਰੇਮ ਆਦ, ਰੋਗ ਸੋਗ ਕੁਝ ਵੀ ਨਹੀਂ, ਜੋ ਸਦਾ ਅਕਾਲ ਸਦਾਂਦੇ ਨੇ।
ਜਿਨ੍ਹਾਂ ਨੂੰ ਅਕਾਲ ਕਿਹਾ ਜਾਂਦਾ ਹੈ, ਪਰਮੇਸ਼ਰ ਵਾਹਿਗੁਰੂ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ। ਪੂਰਨ ਸ੍ਰੀ ਪਰਮੇਸ਼ਰ ਜੋ ਪੁਰਸ਼ੋਤਮ ਪਾਰ ਨਹੀਂ ਕੇ ਪਾਏ। ਜੋ ਪੂਰਨ ਸ੍ਰੀ ਪਰਮੇਸ਼ਰ ਤੇ ਪੁਰਸ਼ੋਤਮ ਪੁਰਖੋਤਮ ਸਭ ਪੁਰਖ ਦੇਵੀ ਦੇਵਤਿਆਂ ਦੇ ਵਿੱਚੋਂ ਜੋ ਸਭ ਤੋਂ ਉੱਤਮ ਨੇ, ਪਾਰ ਨਹੀਂ ਕਹਿ ਪਾਏ, ਜਿਨ੍ਹਾਂ ਦਾ ਕੋਈ ਕਹਿੰਦੇ ਪਾਰ ਉਤਾਰਾ ਨਹੀਂ ਪਾਇਆ ਜਾ ਸਕਦਾ, ਜਿਨ੍ਹਾਂ ਬਾਰੇ ਜਾਣਿਆ ਨਹੀਂ ਜਾ ਸਕਦਾ। ਐਸੇ ਦੀਨ ਦਿਆਲੂ ਸਤਿਗੁਰ ਪਾਤਸ਼ਾਹ ਭਾਤ ਨ ਜਾਤ ਨ ਮਾਤ ਨ ਤਾਤ ਨ ਪ੍ਰਾਤ ਨ ਵੇਦ ਅਨੰਤ ਅਰਾਏ। ਜਿਨ੍ਹਾਂ ਦੀ ਨਾ ਕੋਈ ਜਾਤ ਹੈ, ਨਾ ਕੋਈ ਪਾਤ ਹੈ, ਨਾ ਮਾਤਾ ਨਾ ਪਿਤਾ ਨਾ ਭਰਾਤ ਕਹੀਏ ਭਾਈ, ਕੁਝ ਵੀ ਨਹੀਂ, ਜੋ ਨਿਰਲੇਪ ਨੇ ਇਹਨਾਂ ਚੀਜ਼ਾਂ ਤੋਂ, ਵੇਦ ਅਨੰਤ ਅਲਾਏ, ਤੇ ਜਿਨ੍ਹਾਂ ਨੂੰ ਵੇਦ ਵੀ ਅਨੰਤ ਕਹੀਏ, ਬੇਅੰਤ ਬੇਅੰਤ ਆਖਦਾ, ਨੇਤੀ ਨੇਤੀ ਆਖਦਾ ਕਿ ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਹੇ ਵਾਹਿਗੁਰੂ ਜੀ। ਸੋ ਕਰਤਾਰ ਤਰਾ ਅਵਤਾਰ ਤਰਾ ਪੈ ਨਾਨਕ ਰੂਪ ਸੁਹਾਏ। ਐਸੇ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਜੀ ਬਾਰੇ ਲਿਖਦੇ ਨੇ ਕਵੀ ਸੰਤੋਖ ਸਿੰਘ ਜੀ ਕਿ ਜਿਨ੍ਹਾਂ ਦਾ ਕੋਈ ਨਾ ਰੂਪ ਹੈ, ਨਾ ਰੰਗ ਹੈ, ਨਾ ਕੋਈ ਜਾਤ ਹੈ, ਨਾ ਪਾਤ ਹੈ, ਤੇ ਨਾ ਕੋਈ ਪਿਤਾ ਨਾ ਮਾਤਾ ਨਾ ਭਰਾ ਰਿਸ਼ਤੇਦਾਰ ਸੰਬੰਧੀ, ਉਹ ਵਾਹਿਗੁਰੂ ਪਰਮੇਸ਼ਰ ਦਾ ਰੂਪ ਗੁਰੂ ਨਾਨਕ ਜੀ ਆਪ ਇਸ ਧਰਤੀ ਤੇ ਅਵਤਾਰ ਧਰਾ ਪਹਿ ਨਾਨਕ ਰੂਪ ਸੁਹਾਏ। ਧਰਤੀ ਦੇ ਉੱਤੇ ਨਾਨਕ ਅਵਤਾਰ ਰੂਪ ਹੋ ਕੇ ਪਾਤਸ਼ਾਹ ਸਤਿਗੁਰ ਜੀ ਸੋਭਨੀਕ ਹੋ ਰਹੇ ਨੇ। ਜੰਗਮ ਔਜੜ ਜਾਹੇ ਰਚੇ ਨਰ ਨਾਰਨ ਕੇ ਚਿੰਨ ਬਣਾਏ। ਜੰਗਮ ਔਜੜ ਜਾਹੇ ਰਚੇ, ਜੰਗਮ ਕਹਿੰਦੇ ਨੇ ਤੁਰਨ ਫਿਰਨ ਵਾਲੇ ਜੀਵਾਂ ਨੂੰ, ਜਿਹੜੇ ਹਿਲ ਜੁਲ ਕਰ ਸਕਦੇ ਨੇ, ਤੇ ਜੜ ਕਹਿੰਦੇ ਨੇ ਅਸਥਿਤ, ਜਿਹੜੇ ਇੱਕ ਪਾਸੇ ਨੇ, ਆਪਣੀ ਜਗ੍ਹਾ ਤੇ ਟਿਕੇ ਹੋਏ ਨੇ, ਜਿਵੇਂ ਦਰਖਤ ਹੋ ਗਏ, ਇਹ ਵੀ ਇੱਕ ਜੂਨ ਹੈ, ਕਿਤੇ ਤੁਰ ਫਿਰ ਨਹੀਂ ਸਕਦੇ। ਪਹਾੜ ਨੇ ਵੱਡੇ ਵੱਡੇ, ਕਿਤੇ ਹਿੱਲ ਨਹੀਂ ਸਕਦੇ, ਜਾ ਨਹੀਂ ਸਕਦੇ। ਇਸੇ ਪ੍ਰਕਾਰ ਕਹਿੰਦੇ ਤੁਰਨ ਫਿਰਨ ਵਾਲੇ ਜੀਵ ਤੇ ਜਿਹੜੇ ਇੱਕ ਪਾਸੇ ਅਸਥਿਤ ਨੇ, ਉਹ ਵੀ ਉਹਨਾਂ ਦੇ ਰਚਨਹਾਰੇ ਪਾਤਸ਼ਾਹ ਅਕਾਲ ਪੁਰਖ ਗੁਰੂ ਨਾਨਕ ਸਤਿਗੁਰ ਪਾਤਸ਼ਾਹ ਨਰ ਨਾਰਾਇਣ ਕੇ ਜਹ ਚਿੰਨ ਬਣਾਏ। ਔਰਤ ਤੇ ਆਦਮੀ, ਇਹ ਦੋ ਜੋ ਚਿੰਨ੍ਹ ਨੇ, ਲਿੰਗ ਨੇ, ਨਿਸ਼ਾਨੀਆਂ ਜਿਹੜੀਆਂ ਨੇ, ਦੋ ਹਸਤੀਆਂ ਜਿਹੜੀਆਂ ਬਣਾਉਣ ਵਾਲੇ ਨੇ ਸੰਸਾਰ ਦੀ ਖੇਡ ਰਚਾਉਣ ਵਾਸਤੇ। ਜੋਤ ਸਰੂਪ ਅਨੂਪਮ ਰੂਪ ਹੈ ਭੂਪਨ ਭੂਪ ਜੋ ਰਾਵਣ ਰਾਏ। ਜੋਤ ਸਰੂਪ ਜੋ ਪ੍ਰਕਾਸ਼ ਰੂਪ ਨੇ, ਅਨੂਪਮ ਰੂਪ ਹੈ। ਅਨੂਪਮ ਕਹਿੰਦੇ ਨੇ ਉਪਮਾ ਦੇ ਸਹਿਤ, ਜਿਹਦੀ ਉਪਮਾ ਬੇਅੰਤ ਹੈ, ਐਸੇ ਉਹ ਰੂਪ ਵਾਲੇ ਨੇ। ਭੂਪਨ ਭੂਪ ਜੋ ਰਾਵਣ ਰਾਏ, ਭੂਪਨ ਭੂਪ ਜੋ ਰਾਵਣ ਰਾਏ, ਜੋ ਰਾਜਿਆਂ ਦੇ ਵੀ ਰਾਜੇ, ਆਪ ਮਹਾਰਾਜਿਆਂ ਦੇ ਮਹਾਰਾਜੇ, ਸਭ ਦੇ ਉਪਮਾ ਵਾਲੇ ਐਸੇ ਵਾਹਿਗੁਰੂ ਸਤਿਗੁਰੂ ਗੁਰੂ ਨਾਨਕ ਜੀ। ਆਦ ਅਨਾਦ ਅਗਾਦ ਆਵਾਦ ਅਰਾਧਤ ਸਾਧ ਸਦਾ ਤਿਤ ਲਾਏ। ਆਦ ਕਹਿੰਦੇ ਨੇ ਮੁੱਢ ਨੂੰ, ਤੇ ਅਨਾਦ ਕਹਿੰਦੇ ਨੇ ਜਿਹਦਾ ਕੋਈ ਮੁੱਢ ਨਾ ਹੋਵੇ। ਇਹਦਾ ਅਰਥ ਕੀਤਾ ਜਾਵੇਗਾ ਕਿ ਜਦੋਂ ਸੰਸਾਰ ਨਹੀਂ ਸੀ, ਬ੍ਰਹਿਮੰਡ ਨਹੀਂ ਸੀ ਰਚਿਆ ਗਿਆ, ਅਰਬਦ ਨਰਬਦ ਧੁੰਦੂਕਾਰੇ ਦੀ ਜਦੋਂ ਗੱਲ ਪਾਤਸ਼ਾਹ ਨੇ ਬਾਣੀ ਵਿੱਚ ਕੀਤੀ ਹੈ, ਉਸ ਸਮੇਂ ਵੀ ਤੇ ਜਦੋਂ ਯੁੱਗ ਬਣੇ, ਇਹ ਬ੍ਰਹਿਮੰਡ ਰਚਿਆ, ਉਸ ਸਮੇਂ ਵੀ ਜੋ ਅਗਾਧ ਹਨ, ਅਗਾਧ ਕਹਿੰਦੇ ਨੇ ਡੂੰਘੇ ਨੂੰ, ਜਿਹਦਾ ਕੋਈ ਅਥਾਹ ਨਾ ਹੋਵੇ, ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ। ਜਿਵੇਂ ਸਮੁੰਦਰ ਦੀ ਗਹਿਰਾਈ ਨੂੰ ਅੱਜ ਤੱਕ ਵਿਗਿਆਨਿਕ ਨਹੀਂ ਮਿਲ ਸਕੇ, ਕਿਉਂਕਿ ਕਿਤੇ ਡੂੰਘਾ ਘੱਟ, ਕਿਤੇ ਜ਼ਿਆਦਾ, ਤੇ ਕਿਤੇ ਤਲ ਹੀ ਤਲ ਹੈ, ਧਰਤੀ ਹੈ ਹੀ ਨਹੀਂ। ਇਸੇ ਪ੍ਰਕਾਰ ਉਹਨਾਂ ਨੇ ਵੀ ਸਮੁੰਦਰ ਨੂੰ ਬੇਅੰਤੀ ਕਹਿ ਦਿੱਤਾ, ਵਿਗਿਆਨੀਆਂ ਦੀ ਹੱਦ ਖਤਮ ਹੋ ਗਈ। ਆਕਾਸ਼ ਨੂੰ ਨਹੀਂ ਮਿਲ ਸਕੇ ਕਿ ਕਿੱਥੇ ਕਿ ਜਾ ਕੇ ਖਤਮ ਹੋਵੇਗਾ। ਇਹ ਬ੍ਰਹਮੰਡ ਦੇ ਜੋ ਰਚਨਹਾਰੇ ਪਾਤਸ਼ਾਹ, ਜਦੋਂ ਸੰਸਾਰ ਬ੍ਰਹਮੰਡ ਨਹੀਂ ਸੀ, ਉਦੋਂ ਵੀ
ਜਦੋਂ ਬ੍ਰਹਮੰਡ ਰਚਿਆ ਗਿਆ ਉਦੋਂ ਵੀ ਐਸੇ ਰੂਪ ਵਾਲੇ ਸਨ। ਆਗਾਧ ਕਹੀਏ ਜਿਨ੍ਹਾਂ ਤੱਕ ਪਹੁੰਚ ਨਹੀਂ ਹੋ ਸਕਦੀ, ਆਬਾਦ ਕਹੀਏ ਜੋ ਦੁੱਖਾਂ ਤੋਂ ਰਹਿਤ ਨੇ। ਬਾਦ ਕਹਿੰਦੇ ਨੇ ਪੀੜਾ ਨੂੰ, ਦੁੱਖ ਨੂੰ। ਆਬਾਦ ਜਿਹਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ, ਪੀੜਾ ਨਹੀਂ। ਆਰਾਧਤ ਸਾਧ ਸਦਾ ਚਿਤ ਲਾਏ, ਜਿਹਨੂੰ ਸਾਧ ਜਨ, ਸ੍ਰੇਸ਼ਟ ਜਨ, ਗੁਰਮੁਖ ਜਨ, ਬ੍ਰਹਮ ਗਿਆਨੀ, ਤਤ ਬੇਤੇ, ਐਸੇ ਮਹਾਂਪੁਰਸ਼ ਨਾਮ ਜਪਣ ਵਾਲੇ ਸਦਾ ਚਿੱਤ ਲਾ ਕੇ ਆਰਾਧਦੇ ਹਨ। ਸੋ ਗੁਰੂ ਨਾਨਕ ਠਾਣ ਲਈ ਮਨ ਅੰਗਦ ਦੇ ਮੈਂ ਜਾਉ ਸਮਾਏ। ਐਸੇ ਸਤਿਗੁਰ ਮਹਾਰਾਜ ਜੀ ਨੇ ਮਨ ਦੇ ਵਿੱਚ ਵਿਚਾਰ ਕੀਤੇ ਨੇ। ਇਹ ਮਨ ਵਿੱਚ ਵਿਚਾਰ ਲਿਆ ਕਿ ਹੁਣ ਕੀ ਕਰਨਾ ਹੈ। ਮਨ ਅੰਗਦ ਲਈ ਮਨ ਅੰਗਦ ਦੇਹ ਮੈਂ ਜਾਉ ਸਮਾਏ। ਮੈਂ ਭਾਈ ਲਹਿਣਾ ਜੀ ਦੇ ਸਰੀਰ ਵਿੱਚ ਜਾ ਕੇ ਅਸਥਿਤ ਹੋ ਜਾਣਾ, ਉਹਨਾਂ ਦੇ ਹਿਰਦੇ ਵਿੱਚ ਉਸ ਜੋਤ ਨੂੰ ਟਿਕਾ ਦੇਣਾ, ਉਹਨਾਂ ਦੇ ਵਿੱਚ ਸਮਾ ਜਾਣਾ। ਗੁਰੂ ਨਾਨਕ ਪਾਤਸ਼ਾਹ ਜੀ ਇਹ ਵਿਚਾਰ ਰਹੇ ਨੇ ਆਪਣੇ ਮਨ ਦੇ ਵਿੱਚ। ਭਾਈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਆਪਣੀ ਜੋਤ ਭਾਈ ਲਹਿਣਾ ਜੀ ਦੇ ਵਿੱਚ ਟਿਕਾਈ, ਆਪਣੇ ਸੀਨੇ ਨਾਲ ਲਾਇਆ, ਅੰਗ ਨਾਲ ਲਾਇਆ, ਪ੍ਰੇਮ ਕੀਤਾ ਭਾਈ ਲਹਿਣਾ ਜੀ ਨੂੰ। ਉਸ ਸਮੇਂ ਆਖਿਆ, ਭਾਈ ਲਹਿਣਾ ਤੁਸੀਂ ਲੈਣਾ ਹੈ ਤੇ ਅਸੀਂ ਦੇਣਾ ਹੈ। ਆਓ ਸਾਡੇ ਅੰਗ ਨਾਲ ਤੁਸੀਂ ਲੱਗੇ ਹੋ, ਅੱਜ ਤੋਂ ਤੁਸੀਂ ਲਹਿਣਾ ਨਹੀਂ, ਅੰਗ ਨਾਲ ਲੱਗੇ ਹੋ ਤੇ ਅੱਜ ਤੋਂ ਅੰਗਦ ਹੋ ਗਏ। ਆਖੋ ਸਤਨਾਮ। ਅੱਜ ਤੋਂ ਤੁਸੀਂ ਅੰਗਦ ਹੋ ਗਏ। ਉਸ ਸਮੇਂ ਤੋਂ ਲਹਿਣਾ ਨਾਮ ਨਾ ਹੋ ਕੇ ਅੰਗਦ ਨਾਮ ਹੋ ਗਿਆ। ਤੇ ਆਪਾਂ ਸਤਿਕਾਰ ਨਾਲ ਆਖਦੇ ਹਾਂ ਕਿ ਸਹਿਬ ਗੁਰੂ ਅੰਗਦ ਦੇ ਪਾਤਸ਼ਾਹ, ਦੂਜੀ ਪਾਤਸ਼ਾਹੀ, ਗੁਰੂ ਨਾਨਕ ਦੀ ਦੂਜੀ ਜੋਤ। ਸਤਿਗੁਰੂ ਜੀ ਨੇ ਵਿਚਾਰ ਕੀਤਾ, ਅੰਗਦ ਦੇਹ ਮੈਂ ਜਾਉ ਸਮਾਏ। ਮੈਂ ਹੁਣ ਉਹਨਾਂ ਦੇ ਸਰੀਰ ਵਿੱਚ ਜੋਤ ਕਰਕੇ ਸਮਾ ਜਾਵਾਂਗਾ। ਸ਼੍ਰੀ ਪਰਮਾਤਮ ਵਿਆਪਕ ਥਾਪਕ ਖਾਪਕ ਹੈ ਭਵ ਤਾਪ ਮਿਟਾਏ। ਜੋ ਸ਼੍ਰੀ ਕਹੀਏ ਸ਼੍ਰੋਮਣੀ ਪ੍ਰਮਾਤਮਾ, ਪਰਮਾਤਮ ਵਿਆਪਕ, ਜੋ ਹਰ ਇੱਕ ਜਗ੍ਹਾ ਇੱਕ ਰਸ ਪਾਤਸ਼ਾਹ ਵਿਆਪਕ ਨੇ। ਥਾਪਕ ਜੋ ਸਭ ਨੂੰ ਰਚਨਹਾਰੇ ਨੇ। ਖਾਪਕ, ਖਾਪਕ ਕਹਿੰਦੇ ਨੇ ਨਾਸ਼ ਕਰਨ ਹਾਰੇ, ਖਹਿ ਕਰਨ ਹਾਰੇ। ਜੇ ਉਹ ਬਣਾਉਂਦੇ ਨੇ, ਸਿਰਜਦੇ ਨੇ ਸੰਸਾਰ ਬ੍ਰਹਮੰਡ ਜੀਵਾਂ ਨੂੰ, ਤੇ ਸ਼ਿੰਗਾਰ ਵੀ ਪਰਮੇਸ਼ਰ ਹੀ ਕਰਦਾ। ਥਾਪਕ ਨੇ, ਖਾਪਕ ਨੇ ਹੈ ਭਵ ਤਾਪ ਮਿਟਾਏ। ਭਵ ਕਹਿੰਦੇ ਨੇ ਸੰਸਾਰ ਨੂੰ, ਤੇ ਸੰਸਾਰ ਦੇ ਜਿੰਨੇ ਵੀ ਤਾਪ ਨੇ, ਦੁੱਖ ਦੇਣ ਵਾਲੇ ਜਿੰਨੇ ਵੀ ਆਦਿ ਵਿਆਧੀ ਰੋਗ ਨੇ, ਸੰਰੋਗ ਨੇ, ਉਹ ਸਭ ਨੂੰ ਮਿਟਾਉਣ ਵਾਲੇ ਸਤਿਗੁਰ ਪਾਤਸ਼ਾਹ। ਪਾਪ ਕਲਾਪ ਨਚੈ ਜੇ ਜਾਪ ਤੇ ਆਪ ਹੀ ਆਪ ਅਮਾਪ ਰਹਾਏ। ਜਿਨ੍ਹਾਂ ਦੇ ਨਾਮ ਜਪਿਆਂ ਸਭ ਪਾਪ ਜਿਹੜੇ ਨੇ ਉਹ ਨਸ ਜਾਂਦੇ ਨੇ। ਆਪ ਹੀ ਆਪ ਅਮਾਪ ਰਹਾਏ। ਆਪ ਹੀ ਆਪ ਅਮਾਪ ਰਹਾਏ। ਅਮਾਪ ਕਹੀਏ ਜਿਸ ਨੂੰ ਮਿਣਿਆ ਨਾ ਜਾ ਸਕੇ, ਮਿਣਤੀ ਵਿੱਚ ਨਹੀਂ ਆਉਂਦਾ। ਜੋ ਪਰਮੇਸ਼ਰ ਮਿਣਤੀਆਂ ਗਿਣਤੀਆਂ ਤੋਂ ਬਾਹਰ ਹੋਵੇ, ਉਹਨੂੰ ਅਮਾਪ ਕਿਹਾ ਇੱਥੇ ਭਾਈ ਕਵੀ ਸੰਤੋਖ ਸਿੰਘ ਜੀ ਨੇ। ਉਹ ਆਪ ਹੀ ਆਪ ਹੈ। ਤੇ ਜਿਹੜੇ ਗੁਰੂ ਕੇ ਸਿੱਖ ਗੁਰੂ ਨੂੰ ਜਾਣ ਲੈਂਦੇ ਨੇ, ਉਹ ਵੀ ਸਿੱਖ ਗੁਰੂ ਦੇ ਵਿੱਚ ਅਭੇਦ ਹੋ ਜਾਂਦੇ ਨੇ। ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ। ਜੋਤ ਜੋਤ 'ਚ ਮਿਲ ਜਾਵੇ ਵੱਖਰੀ ਨਹੀਂ ਹੋ ਸਕਦੀ। ਜਲ ਜਲ ਵਿੱਚ ਪਾ ਦਈਏ ਵੱਖਰਾ ਨਹੀਂ ਹੁੰਦਾ, ਇੱਕ ਮਿੱਕ ਹੋ ਜਾਂਦਾ। ਇੱਕ ਉਦਾਹਰਣ ਲੈ ਲਈਏ, ਪਾਤਸ਼ਾਹ ਨੇ ਬਾਣੀ 'ਚ ਉਦਾਹਰਣ ਦਿੱਤੀ ਹੈ। ਜੈਸੇ ਉਦਕ ਕਹਿੰਦੇ ਇੱਕ ਘੜਾ, ਕੋਈ ਗਾਗਰ ਕਿਸੇ ਸਰੋਵਰ ਵਿੱਚੋਂ ਭਰ ਲਿਆਈਏ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਾਣੀ ਦੇ ਵਿੱਚ ਉਦਾਹਰਣ ਦਿੱਤੀ ਹੈ। ਜੈਸੇ ਉਦਕ ਪੁਰਾਨਿਓ ਤਬ ਉਹ ਭਿੰਨ ਦ੍ਰਿਸ਼ਟੋ। ਕੁੰਭ ਕਹੀਏ ਘੜੇ ਨੂੰ, ਗਾਗਰ ਨੂੰ। ਉਦਕ ਕਹੀਏ ਜਲ ਨੂੰ, ਪਾਣੀ ਨੂੰ। ਭਰ ਲਈਏ ਕਹਿੰਦੇ ਘੜੇ ਨੂੰ ਪਾਣੀ ਨਾਲ ਕਿਸੇ ਛੱਪੜ ਤਲਾਅ ਦੇ ਵਿੱਚੋਂ,
ਕੀ ਹੁੰਦਾ ਹੈ? ਤਬ ਉਹ ਭਿੰਨ ਦ੍ਰਿਸ਼ਟੋ, ਉਹ ਵੱਖਰੇ ਵੱਖਰੇ ਲੱਗਦੇ ਨੇ। ਕਿਵੇਂ ਕਿਹਾ ਜਾਵੇਗਾ? ਉਹ ਸਾਹਮਣੇ ਸਰੋਵਰ ਦਾ ਜਲ ਹੈ। ਜੇ ਪੁੱਛੀਏ ਘੜੇ ਵਿੱਚ, ਤੇ ਆਖਿਆ ਜਾਵੇਗਾ ਘੜੇ ਵਿੱਚ ਘੜੇ ਦਾ ਜਲ ਹੈ। ਵੱਖਰਾ ਹੋ ਗਿਆ ਨਾ, ਘਟ ਉਪਾਧੀ ਕਾਰਨ। ਵਿਦਾਂਤ ਦਾ ਲਫ਼ਜ਼ ਹੈ, ਕਿਸੇ ਉਪਾਧੀ ਦੇ ਕਾਰਨ ਜਦੋਂ ਚੀਜ਼ ਟੁੱਟ ਕੇ ਆਪਣਾ ਸਰੂਪ ਵੱਖਰਾ ਕਰ ਲਵੇ, ਉਹਨੂੰ ਕਹਿੰਦੇ ਨੇ ਘਟ ਉਪਾਧੀ ਸ਼ਬਦ ਵਰਤਿਆ। ਘੜੇ ਦੇ ਆਸਰੇ ਕਰਕੇ, ਗਾਗਰ ਦੇ ਆਸਰੇ ਕਰਕੇ ਸਰੋਵਰ ਦਾ ਹੀ ਜਲ ਹੁਣ ਸਰੋਵਰ ਦਾ ਨਹੀਂ ਰਿਹਾ, ਉਹ ਘੜੇ ਦਾ ਜਲ ਕਹਿਲਾਉਣ ਲੱਗ ਪਿਆ, ਵੱਖਰਾ ਹੋ ਗਿਆ, ਹਸਤੀ ਵੱਖਰੀ ਹੋ ਗਈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਸੇ ਪ੍ਰਕਾਰ ਅਸੀਂ ਵੀ ਆ ਸਰੀਰ ਕਰਕੇ, ਸਰੀਰ ਦੀ ਉਪਾਧੀ ਕਰਕੇ, ਹੈ ਤਾਂ ਜੋਤ ਹੀ ਅੰਦਰ, ਪਰ ਇਹ ਸਰੀਰ ਦੀ ਉਪਾਧੀ ਕਾਰਨ ਵੱਖਰੇ ਹੋਏ ਬੈਠੇ ਆ। ਇੱਕ ਨਵੀਂ ਹਸਤੀ ਲੈ ਕੇ ਆਪਣੇ ਆਪ ਨੂੰ ਵੱਖਰਾ ਸਮਝ ਰਹੇ ਆ। ਤਬ ਉਹ ਭਿੰਨ ਦ੍ਰਿਸ਼ਟੋ ਕਹੋ ਨਾਨਕ, ਜਲ ਕੁੰਭੈ ਮਹਿ ਡਾਰਿਓ, ਅੰਬੈ ਅੰਬ ਮਿਲਿਓ। ਅੰਬੈ ਕਹਿੰਦੇ ਨੇ ਪਾਣੀ ਨੂੰ, ਜਲ ਨੂੰ। ਅੰਬੈ ਅੰਬ ਮਿਲਿਓ, ਪਾਣੀ 'ਚ ਪਾਣੀ ਮਿਲ ਜਾਂਦਾ ਹੈ। ਕਿਵੇਂ? ਕਹਿੰਦੇ ਘੜੇ ਦਾ ਪਾਣੀ ਲਓ, ਦੁਬਾਰਾ ਉਸੇ ਸਰੋਵਰ 'ਚ ਪਾ ਦੇਵੋ, ਤੇ ਫਿਰ ਯਤਨ ਕਰੋ। ਕੋਈ ਵੀ ਸਾਇੰਸਦਾਨ ਕਿਸੇ ਨੂੰ ਵੀ ਆਖੋ ਕਿ ਭਾਈ ਜਿਹੜਾ ਸਰੋਵਰ 'ਚੋਂ ਪਾਣੀ ਘੜੇ 'ਚ ਭਰਿਆ ਸੀ, ਵੱਖਰਾ ਪ੍ਰਤੀਤ ਹੋ ਰਿਹਾ ਸੀ, ਪਰ ਜਦ ਘੜੇ ਦਾ ਉਹੀ ਪਾਣੀ ਸਰੋਵਰ 'ਚ ਦੁਬਾਰਾ ਪਾ ਦਿੱਤਾ, ਹੁਣ ਤੁਸੀਂ ਉਹ ਘੜੇ ਵਾਲਾ ਪਾਣੀ ਸਰੋਵਰ 'ਚ ਦੁਬਾਰਾ ਕੱਢੋ, ਉਹੀ ਹੋਣਾ ਚਾਹੀਦਾ। ਨਹੀਂ ਕੱਢ ਸਕਦੇ, ਉਹ ਇੱਕ ਮਿੱਕ ਹੋ ਗਿਆ। ਅੰਬੈ ਅੰਬ ਮਿਲਿਓ, ਗੁਰੂ ਨਾਨਕ ਜੀ ਦਾ ਹੀ ਬਚਨ ਹੈ। ਉਹ ਪਾਣੀ ਪਾਣੀ 'ਚ ਮਿਲ ਗਿਆ। ਇਸੇ ਪ੍ਰਕਾਰ ਜਿਹੜੀ ਜੋਤ ਹੈ, ਉਹ ਜੋਤ ਇੱਕ ਮਿੱਕ ਹੋ ਜਾਂਦੀ ਹੈ, ਤੇ ਫਿਰ ਗੁਰੂ ਕੇ ਸਿੱਖ ਗੁਰੂ ਨਾਲ ਅਭੇਦ ਹੋ ਜਾਂਦੇ ਨੇ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ। ਬਿਬ ਕਹੀਏ ਦੋਵਾਂ ਦੇ ਵਿੱਚ, ਬਿਬ ਕਹਿੰਦੇ ਨੇ ਦੋਵਾਂ ਨੂੰ, ਜਾਂ ਬਿਬ ਕਹੀਏ ਦੂਜਾ, ਬਿਬ ਕਹੀਏ ਦੋ। ਬਿਬ ਦਾ ਅਰਥ ਹੁੰਦਾ ਹੈ ਦੋਵਾਂ ਦੇ ਵਿੱਚ। ਹਰ ਹਰ ਜਨ ਦੁਈ ਏਕ ਹੈ, ਹਰ ਤੇ ਹਰੀ ਦਾ ਜਨ ਦੋਨੇ ਇੱਕ ਨੇ। ਬਿਬ ਵਿਚਾਰ ਕਛ ਨਾਹੀ, ਦੋਨਾਂ 'ਚ ਕਹਿੰਦੇ ਕਿਸੇ ਪ੍ਰਕਾਰ ਦਾ ਕੋਈ ਭੇਦ ਨਹੀਂ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਏ। ਜਲ ਤੋਂ ਤਰੰਗਾਂ ਉੱਠਦੀਆਂ ਨੇ, ਲਹਿਰਾਂ ਉੱਠਦੀਆਂ ਨੇ। ਇੰਝ ਲੱਗਦਾ ਹੈ ਕਿ ਨਦੀ ਵੱਖਰੀ ਹੋ ਗਈ ਤੇ ਲਹਿਰ ਵੱਖਰੀ ਹੋ ਗਈ, ਪਰ ਹੈ ਤਾਂ ਉਹ ਨਦੀ, ਨਦੀ ਹੋਈ ਲਹਿਰ ਬਣ ਕੇ ਉੱਠ ਰਹੀ ਹੈ। ਸਮੁੰਦਰ 'ਚ ਬੇਅੰਤ ਲਹਿਰਾਂ ਉੱਠਦੀਆਂ ਨੇ, ਵੱਖਰੀਆਂ ਪ੍ਰਤੀਤ ਹੁੰਦੀਆਂ ਨੇ, ਪਰ ਨਹੀਂ, ਹੈ ਉਹ ਸਾਗਰ ਹੀ ਹੈ। ਕੁਝ ਸਮੇਂ ਲਈ ਆਪਣੀ ਹਸਤੀ ਨੂੰ ਬਦਲਿਆ, ਫਿਰ ਉਸੇ 'ਚ ਸਮਾ ਗਿਆ। ਭਾਈ ਸਾਹਿਬ ਅੱਗੇ ਉਦਾਹਰਨ ਦੇਣਗੇ ਇਸ ਗੱਲ ਦੀ, ਇਹੀ ਉਦਾਹਰਨ ਭਵੀ 'ਚ ਅੱਗੇ ਦੇਣਗੇ ਚੱਲ ਕੇ। ਉਸੇ ਪ੍ਰਕਾਰ ਇੱਕ ਰੂਪ ਸਤਿਗੁਰ ਮਹਾਰਾਜ ਅੰਗਦ ਜੀ ਨੂੰ ਆਪਣਾ ਹੀ ਸਰੂਪ ਬਣਾ ਲਿਆ। ਉਹਨਾਂ ਦੇ ਵਿੱਚ ਜੋਤ ਆਪਣੀ ਜਿਹੜੀ ਸੀ ਉਹ ਰੱਖ ਦਿੱਤੀ। ਹੁਣ ਭਾਈ ਲਹਿਣਾ ਜੀ ਲਹਿਣਾ ਨਹੀਂ ਰਹੇ, ਅੰਗ ਨਾਲ ਲੱਗ ਕੇ ਗੁਰੂ ਅੰਗਦ ਜੀ ਹੋ ਗਏ। ਸਵਾਓ ਸਮੇਂ ਦੇ ਲਿਹਾਜ਼ ਨਾਲ ਗੁਰ ਇਤਿਹਾਸ ਦੀ ਇੱਥੇ ਹੀ ਸੰਪੂਰਨਤਾ। ਅਗਲੀ ਜੋ ਪਾਵਨ ਕਥਾ ਕਲ ਦੇ ਦੀਵਾਨਾਂ ਵਿੱਚ ਇਸੇ ਪ੍ਰਕਾਰ ਮਨ ਚਿੱਤ ਇਕਾਗਰ ਕਰ ਇੱਕ ਰਸ ਆਪ ਸਰਬੱਤ ਸੰਗਤਾਂ ਨੇ ਸ਼ਰਵਣ ਕਰਨੀ। ਅਗਲੀ ਜੋ ਪਾਵਨ ਕਥਾ ਹੈ ਕਲ ਦੇ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਗੁਰੂ ਕੀ ਸੰਗਤ। ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਬਖਸ਼ਣਹਾਰ ਨੇ ਭੁੱਲਾਂ ਖਿਮਾ ਦਾਸਰੇ ਦੀਆਂ ਬਖਸ਼ ਲੈਣੀਆਂ। ਕਰੋ ਰਸਨਾ ਪਵਿੱਤਰ, ਫਤਿਹ ਪ੍ਰਵਾਨ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समर्थ अगम पूरन मोहे मया तार। अंधकूप महापयान
ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਤ ਦਿਆਲ। ਏਕ ਅੱਖਰ ਹਰ ਮਨ ਬਸੈ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੁਖ ਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ,